ਪੱਖ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਮੌਜੂਦ ਨੇ ਹਰਨੇਹਾ ਗੁਲਾਟੀ ਜੀ ਅਤੇ ਪਰਮਿੰਦਰ ਸਿੰਘ ਜੀ। ਹੁਣ ਅਸੀਂ ਇੱਕ ਖਬਰ ਡਿਸਕਸ ਕਰਾਂਗੇ ਜੋ ਕਿ ਵੈਨਕੂਵਰ ਸਰੀ ਤੋਂ ਆ ਰਹੀ ਹੈ। ਤੁਸੀਂ ਸਾਰੇ ਜਾਣਦੇ ਹੋ ਸਰੀ ਜੋ ਕਿ ਮਿਨੀ ਪੰਜਾਬ ਦੇ ਨਾਂ ਤੋਂ ਵੀ ਮਸ਼ਹੂਰ ਆ। ਸਰੀ ਵਿੱਚੋਂ ਇੱਕ ਖਬਰ ਆਈ ਜਿਹਨੇ ਕਿ ਨੈਸ਼ਨਲ ਹੈਡਲਾਈਨ ਬਣ ਗਈ। ਖਬਰ ਇਹ ਸੀ ਕਿ NDP ਦੇ ਕੈਂਡੀਡੇਟਸ ਵੈਨਕੂਵਰ ਏਰੀਆ ਵਿੱਚ ਸਰੀ ਤੇ ਆਲੇ ਦੁਆਲੇ ਏਰੀਆ ਵਿੱਚ ਕਾਲਿੰਗ ਕਰਨ ਵਾਸਤੇ ਪੰਜਾਬੀ ਕਾਲਰਸ ਹਾਇਰ ਕਰ ਰਹੇ ਨੇ, ਪਰ ਜੋ ਪੰਜਾਬੀ ਕਾਲਰ ਨੂੰ ਸੈਲਰੀ ਦਿੱਤੀ ਜਾ ਰਹੀ ਹੈ ਉਹ ਸਿਰਫ $13। ਇੱਥੇ ਦੋ ਇਸ਼ੂਸ ਉੱਠਦੇ ਨੇ। ਇਸ਼ੂ ਨੰਬਰ 1, ਜਿਹੜੇ ਇੰਗਲਿਸ਼ ਕਾਲਰਸ ਨੇ ਉਹਨਾਂ ਨੂੰ ਸੈਲਰੀ ਦਿੱਤੀ ਜਾ ਰਹੀ ਹੈ $17, ਤੇ ਦੂਜੀ ਗੱਲ ਜਿਹੜੀ $13 ਸੈਲਰੀ ਆ ਉਹ ਸੈਲਰੀ $15 ਤੋਂ $2 ਘੱਟ ਆ, ਜਦਕਿ NDP ਇਹ ਕਹਿ ਰਹੀ ਹੈ ਕਿ ਜਦੋਂ ਅਸੀਂ ਪਾਵਰ ਵਿੱਚ ਆਵਾਂਗੇ ਮਿਨੀਮਮ ਵੇਜ $15 ਕਰ ਦਾਂਗੇ। ਇੱਥੇ ਕਾਫੀ ਵੇਖਣ ਵਾਲੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ NDP ਕੋਲ ਇਹ ਬਿਜ਼ਨਸ ਪਲਾਨ ਹੀ ਨਹੀਂ ਹੈਗਾ ਕਿ ਉਹ $15 ਨਾਲ ਕਿੱਦਾਂ ਆਪਣੀ ਕੈਂਪੇਨ ਚਲਾਉਣ। ਜਦੋਂ NDP ਦੇ ਨੁਮਾਇੰਦਿਆਂ ਨੂੰ ਇਹ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕਹਿਤਾ ਸਾਡੀ ਐਡ ਨਹੀਂ ਹੈ, ਇਹ ਕੰਟਰੈਕਟਰ ਵੱਲੋਂ ਕੰਟਰੈਕਟਰ ਨੇ ਐਡ ਪਾਈ ਹੈ। ਬਾਅਦ 'ਚ ਇਹ ਵੀ ਸੁਣਨ 'ਚ ਆ ਰਿਹਾ ਹੈ ਕਿ ਜਿਹੜੇ ਇੰਪਲੋਈਜ਼ ਨੂੰ $13 ਦੇ ਨਾਲ ਪੇ ਕੀਤਾ ਗਿਆ ਸੀ ਇਹਨਾਂ ਨੂੰ ਪੇ ਬੈਕ ਵੀ ਕਰ ਦਿੱਤਾ ਗਿਆ ਵਾ। ਜੋ ਇਹਨਾਂ ਨੂੰ ਘੱਟ ਸੈਲਰੀ ਦਿੱਤੀ ਸੀ ਹੁਣ $17 ਦੇ ਹਿਸਾਬ ਨਾਲ ਜੋ ਵੀ ਫਰਕ ਸੀ ਉਹ ਵੀ ਪੇ ਕਰ ਦਿੱਤਾ ਗਿਆ ਵਾ। ਹਰਨੇਹਾ ਜੀ ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹਾਂਗੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਸਾਡੇ ਦਰਸ਼ਕਾਂ ਨਾਲ। ਤੇ ਵਾਕਈ ਹੀ ਇਹ ਮੁੱਦਾ ਜਿਹੜਾ ਹੈ ਕਾਫੀ ਗਰਮਾਇਆ ਹੋਇਆ ਹੈ, ਖਾਸ ਤੌਰ ਤੇ ਇਲੈਕਸ਼ਨ ਦੇ ਟਾਈਮ ਤੇ ਜਦ ਸਾਰੀਆਂ ਪਾਰਟੀਆਂ ਆਪਣੀ ਕੈਂਪੇਨਿੰਗ ਕਰ ਰਹੀਆਂ ਹਨ ਤੇ NDP ਤੇ ਇਹ ਆਰੋਪ ਲਗਾਉਣਾ ਕਥਿਤ ਤੌਰ ਤੇ ਕਿ ਉਹ ਪੰਜਾਬੀ ਸਪੀਕਿੰਗ ਜਿਹੜੇ ਹੈਗੇ ਪ੍ਰੋਫੈਸ਼ਨਲਸ ਉਹਨਾਂ ਨੂੰ $13 ਪਰ ਆਵਰ ਦੇਣਗੇ। ਹਾਲਾਂਕਿ NDP ਇਹ ਕਲੇਮ ਕਰ ਰਹੀ ਹੈ ਕਿ $15 ਪਰ ਆਵਰ ਉਹ ਮਿਨੀਮਮ ਵੇਜ ਕਰ ਦੇਣਗੇ। ਇਸ ਪੂਰੇ ਵਿਵਾਦ ਨੂੰ ਲੈ ਕੇ, ਇਸ ਪੂਰੇ ਮੁੱਦੇ ਨੂੰ ਲੈ ਕੇ ਹੁਣ ਲੋਕਾਂ ਦੇ ਮਨ 'ਚ ਇਹ ਸਵਾਲ ਖੜਾ ਹੋ ਗਿਆ ਹੈ ਕਿ ਜੇ NDP $15 ਮਿਨੀਮਮ ਵੇਜ ਕਰਨ ਦੀ ਗੱਲ ਕਰਦੀ ਹੈ ਪਰ ਇੱਕ ਪਾਸੇ $13 ਦੇ ਰਹੀ ਹੈ ਪੰਜਾਬੀ ਸਪੀਕਿੰਗ ਪ੍ਰੋਫੈਸ਼ਨਲਸ ਨੂੰ, ਤਾਂ ਇਹ ਉਹਨਾਂ ਦੀ ਦੋਗਲਾ ਜਿਹੜਾ ਹੈਗਾ ਚਾਲ ਤਾਂ ਨਹੀਂ ਹੈਗੀ, ਉਹਨਾਂ ਦਾ ਦੋਗਲਾ ਰੂਪ ਤਾਂ ਨਹੀਂ ਹੈਗਾ ਕਿਤੇ ਕਿ ਅੰਦਰੋਂ शायद वो वाकई नहीं कर सकते होने पर लोगों की वोटन एंड कारण वो $15 कह रहे हैं कि जब वो खुद उन्होंने 15 या $17 देने दे बिल्कुल हक से नहीं है। ਤੇ ਜਿਹੜਾ ਐਕਸਕਿਊਜ਼ ਦਿੱਤਾ ਜਾ ਰਿਹਾ ਹਰਨੇਹਾ ਜੀ ਕਿ ਇਹ ਐਡ ਸਾਡੀ ਨਹੀਂ ਆ ਕਿ ਸਬ ਕੰਟਰੈਕਟਰ ਨੇ ਸਾਡੇ ਹੀ ਕਿ ਸਬ ਕੰਟਰੈਕਟਰ ਨੇ ਐਡ ਦਿੱਤੀ ਆ, ਉਹਦੇ ਬਾਰੇ ਕੀ ਕਹੋਗੇ? हाँ जी, ये गल साफ जी उन्होंने बुला रहे हैं NDP पार्टी के इस वेले उन्होंने ये गल कही है कि एक एक्सप्रैस एम्पलॉयमेंट प्रोफैशनल्स ਨਾਂ ਦੀ कोई एक क्रेग्सलिस्ट ऐड पाई गई सी उन्होंने वालों कि $13 पर आवर पंजाबी स्पीकिंग प्रोफैशनल्स रिक्वायर्ड। उन्होंने ये गल की कि सब तो पहला कि पार्टी डायरैक्ट रिक्रूट करती हैगी अपने सारे ऑफिसर्स नूं, सारे कैंडीडेट्स नूं। उन्होंने कभी भी सब कॉन्ट्रैक्ट्स किसी नूं नहीं दिते। उन्होंने कहा है कि वो भी खुद हैरान हैं कि ये जिहड़ी ऐड है ये क्रेग्सलिस्ट से किद्दां पहुँच गई। तो उन्होंने वालों इस केस नूं लैके कुछ इन्वेस्टिगेशनस कीतियां जा रही हैं, पर इस दे बावजूद भी जिहड़ियां ऑपोजिशन पार्टीज़ हैं या बाकी जिहड़ियां एसोसीएशनस हैं उन्होंने वालों सवाल खड़े किए जा रहे हैं कि इदां किद्दां हो सकता है कि उन्होंने की पता कि उन्होंने वाकई ही आउटसोर्स किया होवे, पर हाँ हुण उस गल तो मुकर रहे हैं। दूजी गल ये भी नोट करने वाली है कि जिहड़ी एक्सप्रैस एम्पलॉयमेंट प्रोफैशनल सर्विसेज की असीं गल कर रहे हैं, किन्नियां कोशिशां मीडिया के करन दे बावजूद भी उन्हां वालों अजे तक कोई जवाब नहीं दिता गया है। ਪਰਮਿੰਦਰ ਸਿੰਘ ਜੀ, ਜਦੋਂ ਕੋਈ ਵੀ ਇੰਪਲੋਇਰ ਦੋ ਇੰਪਲੋਈ ਹਾਇਰ ਕਰਦਾ ਵਾ, ਇੰਪਲੋਇਰ ਕੋਲੇ ਹੱਕ ਹੁੰਦਾ ਹੈ ਕਿ ਇੱਕ ਇੰਪਲੋਇਰ ਨੂੰ ਜੇ ਜ਼ਿਆਦਾ ਸੈਲਰੀ ਦੇਣਾ ਚਾਹੇ, ਜੇ ਇੰਪਲੋਈ ਦੀ ਕਾਬਲੀਅਤ ਵਧੀਆ ਹੋਵੇ ਤੇ ਦੂਜਾ ਇੰਪਲੋਈ ਜੇ ਉਹਨਾਂ ਨੂੰ ਵੀਕ ਲੱਗੇ, ਕਮਜ਼ੋਰ ਲੱਗੇ, ਉਹਨੂੰ ਜੇ ਘੱਟ ਸੈਲਰੀ ਦੇਣਾ ਚਾਹੇ ਇੰਪਲੋਇਰ ਦੇ ਸਕਦਾ ਹੈ। ਪਰ ਇੱਥੇ ਫਰਕ ਸਿਰਫ ਭਾਸ਼ਾ ਦਾ, ਸਿਰਫ ਜੇ ਤੁਸੀਂ ਅੰਗਰੇਜ਼ੀ ਬੋਲਦੇ ਜੋ ਤੁਸੀਂ $17 ਤੇ ਕੰਮ ਲਓ, ਜੇ ਤੁਸੀਂ ਪੰਜਾਬੀ ਬੋਲਦੇ ਜੋ $13 ਤੇ ਕੰਮ ਲਓ। ਕਿਉਂ? ਹਰਪ੍ਰੀਤ ਜੀ, ਬਹੁਤ ਹੀ ਗੰਭੀਰ ਸਵਾਲ ਹੈਗਾ ਇਹ। ਹੁਣ ਮੈਂ ਇੱਥੇ ਥੋੜ੍ਹੇ ਜਿਹੇ ਬੈਕਗਰਾਊਂਡ ਦੇ ਨਜ਼ਰ ਜਿਹੜੀ ਆ ਉਹ ਜ਼ਰੂਰ ਪਾਉਣੀ ਚਾਹੁੰਦਾ। ਇੱਥੇ ਜਿਹੜੀ ਕੰਪਨੀ ਹਾਇਰ ਕੀਤੀ ਗਈ, ਕਿਉਂਕਿ ਜਿਸ ਤਰ੍ਹਾਂ ਹਰਨੇਹਾ ਜੀ ਨੇ ਤਾਂ ਕਹਿ ਦਿੱਤਾ ਕਿ ਹਰ ਜਿਹੜੇ ਵਲੰਟੀਅਰ ਹੁੰਦੇ ਆ ਜਾਂ ਉੱਥੇ ਕੰਮ ਕਰ ਰਹੇ ਹੁੰਦੇ ਉਹ ਜਿਹੜੀ ਵੀ ਪਾਰਟੀ ਉਹ ਡਾਇਰੈਕਟਲੀ ਹਾਇਰ ਕਰਦੇ ਆ। ਇੱਦਾਂ ਬਿਲਕੁਲ ਨਹੀਂ ਹੈਗਾ। ਜਿਹੜੀਆਂ ਵੀ ਇੱਦਾਂ ਦੀਆਂ ਕੋਈ ਵੀ ਕੋਈ ਕੰਮ ਹੈਗੇ ਆ, ਡੈਡੀਕੇਟਿਡ ਕੰਮ ਹੈਗੇ ਆ, ਜਿਹੜਾ ਪਤਾ ਹੈ ਕਿ ਹਾਂਜੀ ਆਹ ਕੰਮ ਹੀ ਕਰਨਾ ਹੈ ਉਹਨਾਂ ਨੇ, ਉਹ ਕਈ ਵਾਰੀ ਜਿਹੜੀਆਂ ਹਾਇਰਿੰਗ ਏਜੰਸੀਜ਼ ਆ ਉਹਨਾਂ ਨੂੰ ਅੱਗੇ ਸਬ ਕੰਟਰੈਕਟ ਜਿਹੜਾ ਆ ਉਹ ਦੇ ਦਿੱਤਾ ਜਾਂਦਾ ਹੈ। ਸੋ ਇੱਥੇ ਵੀ ਇੱਕ ਸਟ੍ਰੈਟੇਜਿਕ ਕਮਿਊਨੀਕੇਸ਼ਨਸ ਨਾਂ ਦੀ ਕੰਪਨੀ ਹੈ ਜਿਹੜੀ ਉਹਨੂੰ ਕੰਟਰੈਕਟ ਦਿੱਤਾ ਗਿਆ ਕਿ ਤੁਸੀਂ ਸਾਡੇ ਲਈ ਆਹ ਜਿਹੜੀ ਸੇਵਾਵਾਂ ਆ ਉਹ ਨਿਭਾਉਣੀਆਂ ਆ, ਤੇ ਅੱਗੇ ਉਹਨਾਂ ਦੀ ਇਹ ਜਿਹੜੀ ਐਡ ਸੀਗੀ।
ਸੋ ਅਸੀਂ ਇਹ ਇੱਕ ਜਿਹੜਾ ਵਿਤਕਰਾ ਕਰਨਾ ਉਹ ਤੇ ਇੱਕ ਹੈ ਹੀ ਹੈ, ਗਲਤ ਹੈਗਾ। ਪਰ ਇੱਥੇ ਓਪਰਚੁਨਿਸਟ ਜਿਹੜੇ ਲੋਕ ਨੇ ਇਹ ਜੇ ਅਸੀਂ ਕਹ ਲਈਏ ਕਿ ਕੁਝ ਸ਼ਾਇਦ ਜਿਹੜੇ ਇਸ ਖੇਤਰ ਤੋਂ ਵਾਕਫ ਨੇ ਕਿ ਹਾਂ ਪੰਜਾਬੀ ਜਿਹੜੇ ਲੋਕ ਨੇ ਉਹ ਸ਼ਾਇਦ ਘੱਟ ਪੈਸੇ ਦੇ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ। ਉਹ ਮੈਂਟੈਲਿਟੀ ਸ਼ਾਇਦ ਉਹਨਾਂ ਨੂੰ ਕਿਸੇ ਨਾ ਕਿਤੇ ਪਤਾ ਆ ਤੇ ਉਹ ਉਸ ਮੈਂਟੈਲਿਟੀ ਨੂੰ ਲੈ ਕੇ ਅੱਗੇ ਵੱਧ ਗਏ ਤੇ ਸ਼ਾਇਦ ਇਸ ਚੀਜ਼ ਦਾ ਪਤਾ ਵੀ ਨਾ ਲੱਗਦਾ ਕਿਸੇ ਨੂੰ ਕਿ ਹਾਂ ਵਾਕਿਆ ਹੀ ਇਹ ਜਿਹੜੀ ਇਹਦੀ ਓਰੀਜਨਲ ਸੈਲਰੀ ਹੈਗੀ ਆ ਉਹ $17 ਹੈਗੀ ਆ। ਪਰ ਉਹ ਤੇ ਇੱਕ ਗੱਲ ਬਾਹਰ ਨਿਕਲੀ ਜਦੋਂ ਫਿਰ ਪਤਾ ਲੱਗਾ ਕਿ ਹਾਂਜੀ ਐਕਚੁਅਲ ਸੈਲਰੀ ਜਿਹੜੀ ਡਿਸਾਈਡ ਕੀਤੀ ਗਈ ਆ ਚਾਹੇ ਉਹ ਪਾਰਟੀ ਵੱਲੋਂ ਸੀਗੀ, ਐਨਡੀਪੀ ਪਾਰਟੀ ਵੱਲੋਂ ਸੀਗੀ, ਚਾਹੇ ਅੱਗੇ ਉਹ ਜਿਹੜੀ ਕਮਿਊਨੀਕੇਸ਼ਨ ਕੰਪਨੀ ਹੈਗੀ ਆ ਉਹਨਾਂ ਵੱਲੋਂ ਸੀਗੀ, ਉਹ $17 ਸੀਗੀ ਫॉर ਇੰਗਲਿਸ਼ ਸਪੀਕਿੰਗ। ਤੇ ਪੰਜਾਬੀ ਸਪੀਕਿੰਗ ਦੇ ਵਿੱਚ ਮੈਨੂੰ ਲੱਗਦਾ ਜਿੱਥੋਂ ਤੱਕ ਇਹ ਹੈ ਕਿ ਉਹ $4 ਘੱਟ ਦਿੱਤੇ ਗਏ, ਉਹ ਉਸ ਚੀਜ਼ ਨੂੰ ਲੈ ਕੇ ਦਿੱਤੇ ਗਏ ਕਿ ਹਾਂਜੀ ਸ਼ਾਇਦ ਅਸੀਂ ਇਹ ਪੈਸੇ ਜਿਹੜੇ ਇੱਥੋਂ ਬਚਾ ਕੇ ਅਸੀਂ ਆਪਣੀ ਜੇਬ 'ਚ ਪਾ ਲਈਏ। ਇਹ ਉਸ ਏਜੰਸੀ ਵੱਲੋਂ ਸ਼ਾਇਦ ਕੋਸ਼ਿਸ਼ ਕੀਤੀ ਗਈ ਆ। ਬਹੁਤ ਕਿਤੇ ਨਾ ਕਿਤੇ ਪਰਮਿੰਦਰ ਜੀ ਬਲੇਮ ਉਸ ਏਜੰਸੀ ਉੱਤੇ ਜਾਂ ਉਹ ਠੇਕੇਦਾਰ ਉੱਤੇ ਜਿਹਨੇ ਬਿਲਕੁਲ ਹਰਪ੍ਰੀਤ ਜੀ ਇਹ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਹੈ। ਚਾਹੇ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ, ਇੱਥੇ ਵੀ ਅਗਰ ਅਸੀਂ ਕਿਸੇ ਏਮਪਲੋਇਮੈਂਟ ਏਜੰਸੀ ਕੋਲ ਜਾਂਦੇ ਆ ਇੱਥੇ ਐਨਡੀਪੀ ਨੂੰ ਕਲੀਨ ਚਿੱਟ ਦਿੰਦੇ ਜੋ। ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਮੈਂ ਉਹਨਾਂ ਨੂੰ ਕਲੀਨ ਚਿੱਟ ਦਿੰਦਾ, ਪਰ ਐਟਲੀਸਟ ਉਹਨਾਂ ਨੂੰ ਜੇ ਉਹਨਾਂ ਦੀ ਨੌਲੇਜ ਦੇ ਵਿੱਚ ਹੈਗਾ ਸੀਗਾ ਕਿ ਹਾਂਜੀ ਜਿਹੜੇ ਸਾਡੇ ਕੋਲ ਇੱਥੇ ਵਰਕਰ ਕੰਮ ਕਰਦੇ ਪਏ ਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਤੇ ਡੈਫੀਨੇਟਲੀ ਫੇਰ ਮੈਂ ਉਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ। ਪਰ ਅਗਰ ਉਹਨਾਂ ਦੀ ਨੌਲੇਜ ਦੇ ਵਿੱਚ ਨਹੀਂ ਸੀ ਫਿਰ ਮੈਂ ਉਹਨਾਂ ਨੂੰ ਕਲੀਨ ਚਿੱਟ ਦੇਣਾ। ਇੱਥੇ ਨੌਲੇਜ ਦੇ ਵਿੱਚ ਤੇ ਵੱਡੇ ਵੱਡੇ ਘੁਟਾਲੇ ਹੁੰਦੇ ਆ, ਉਹ ਵੀ ਨਹੀਂ ਹੁੰਦੇ ਪਰਮਿੰਦਰ ਸਿੰਘ ਜੀ। ਸੈਨੇਟ ਘੁਟਾਲੇ ਦੀ ਗੱਲ ਕਰੀਏ, $1 ਮਿਲੀਅਨ ਦੇ ਘੁਟਾਲੇ ਦੀ ਗੱਲ ਕਰੀਏ, ਉਹ ਵੀ ਆਪਾਂ ਸਿਰਫ ਇਹੀ ਕਹਿ ਕੇ ਪੱਲਾ ਝਾੜ ਦਿੰਦੇ ਜੀ ਸਾਡੀ ਨੌਲੇਜ ਵਿੱਚ ਨਹੀਂ ਸੀ। ਹਰਨਿਆ ਜੀ ਕੀ ਤੁਸੀਂ ਇੱਥੇ ਐਨਡੀਪੀ ਨੂੰ ਕਲੀਨ ਚਿੱਟ ਦਿੰਦੇ ਜੋ ਕਿ ਤੁਸੀਂ ਮੰਨਦੇ ਜੋ ਐਨਡੀਪੀ ਕਸੂਰਵਾਰ ਹੈਗੀ ਆ? ਹਰਪ੍ਰੀਤ ਜੀ ਮੈਂ ਥੋੜਾ ਜਿਹਾ ਤੇ ਗੱਲ ਨੂੰ ਥੋੜਾ ਹੋਰ ਅੱਗੇ ਵਧਾਉਂਦੇ ਹੋਏ ਥੋੜੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੀ ਹਾਂ ਜੇ ਤੁਹਾਡੀ ਇਜਾਜ਼ਤ ਹੋਵੇ। ਤੇ ਮੈਂ ਇਹ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਐਡ ਕ੍ਰੈਗਸਲਿਸਟ ਤੇ ਐਕਸਪ੍ਰੈਸ ਏਮਪਲੋਇਮੈਂਟ ਪ੍ਰੋਫੈਸ਼ਨਲਸ ਵੱਲੋਂ ਦਿੱਤੀ ਗਈ ਸੀ ਉਹਦੇ ਬਾਰੇ ਮੈਂ ਥੋੜਾ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ। ਤੇ ਜਿਹੜੀ ਗਲੈਨ ਸੈਨਫਰਡ ਹੈਗੇ ਜਿਹੜੇ ਐਨਡੀਪੀ ਦੇ ਸਪੋਕਸਪਰਸਨ ਹੈਗੇ, ਜੋ ਉਹਨਾਂ ਦੇ ਮੁਤਾਬਿਕ ਜਿਹੜੀ ਐਡ ਕ੍ਰੈਗਸਲਿਸਟ ਤੇ ਦਿੱਤੀ ਗਈ ਸੀ ਮੈਂ ਉਹ ਵੀ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦੀ ਜੇ ਤੁਹਾਡੀ ਇਜਾਜ਼ਤ ਹੋਵੇ। ਐਕਸਪ੍ਰੈਸ ਏਮਪਲੋਇਮੈਂਟ ਪ੍ਰੋਫੈਸ਼ਨਲਸ ਵੱਲੋਂ ਜਿਹੜੀ ਐਡ ਦਿੱਤੀ ਗਈ ਸੀ ਉਹ ਇਸ ਤਰ੍ਹਾਂ ਸੀਗੀ ਕਿ Punjabi speaking callers for federal NDP voter ID calling at a pay rate of just $13 an hour, must be fluent, must have some data entry experience and volume of work is extremely high. And इससे जो NDP ਦੇ ਜਿਹੜੇ spokesperson ਹਨ ਗਲੈਨ ਸੈਨਫੋਰਡ ਨੇ ਬੋਲ ਕੇ ਥੋੜਾ ਦੱਸ ਦੋ ਹਰਨਿਆ ਜੀ ਇਹਨੂੰ ਪੰਜਾਬੀ। ਹਾਂਜੀ ਬਿਲਕੁਲ ਇਸ ਇਹ ਲਿਖਿਆ ਗਿਆ ਹੈ ਕਿ ਪੰਜਾਬੀ ਸਪੀਕਿੰਗ ਉਹਨਾਂ ਨੂੰ ਐਨਡੀਪੀ ਪਾਰਟੀ ਲਈ ਵੋਟਰ ਆਈਡੀ ਕਾਲਿੰਗ ਲਈ ਬੰਦੇ ਚਾਹੀਦੇ ਹਨ ਜਿਨ੍ਹਾਂ ਨੂੰ ਪੰਜਾਬੀ ਆਣੀ ਚਾਹੀਦੀ ਹੈ। ਉਸ ਤੋਂ ਇਲਾਵਾ ਉਹ ਪੰਜਾਬੀ ਫਲੂਐਂਟਲੀ ਬੋਲਣੇ ਚਾਹੀਦੇ ਹਨ, ਇੰਗਲਿਸ਼ ਫਲੂਐਂਟਲੀ ਬੋਲਣੇ ਚਾਹੀਦੇ ਹਨ ਤੇ ਉਹਨਾਂ ਨੂੰ $13 ਪਰ ਆਵਰ ਦੀ ਜਿਹੜੀ ਹੈ ਉਹ ਸੈਲਰੀ ਦਿੱਤੀ ਜਾਵੇਗੀ। ਪਰ ਜਿਹੜੇ ਗਲੈਨ ਸੈਨਫਰਡ ਹਨ ਜੋ ਕਿ ਐਨਡੀਪੀ ਦੇ ਬੁਲਾਰੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ ਐਡ ਸਾਡੇ ਵੱਲੋਂ ਬਿਲਕੁਲ ਵੀ ਪਲੇਸ ਨਹੀਂ ਕੀਤੀ ਗਈ ਹੈ। ਹਾਲਾਂਕਿ ਐਕਸਪ੍ਰੈਸ ਏਮਪਲੋਇਮੈਂਟ ਪ੍ਰੋਫੈਸ਼ਨਲ ਦੇ ਬੈਨਰ ਅੰਡਰ ਇਹ ਐਡ ਦਿੱਤੀ ਗਈ ਸੀ ਕ੍ਰੈਗਸਲਿਸਟ ਤੇ। ਦੂਜੇ ਪਾਸੇ ਗਲੈਨ ਸੈਨਫਰਡ ਨੇ ਇਹ ਗੱਲ ਵੀ ਸਾਂਝੀ ਕੀਤੀ ਕਿ ਕ੍ਰੈਗਸਲਿਸਟ ਜਿਹੜੀ ਐਨਡੀਪੀ ਦੀ ਐਡ ਛਪੀ ਸੀਗੀ ਉਹ ਕੁਝ ਇਸ ਤਰ੍ਹਾਂ ਸੀਗੀ People who speak these languages are more valuable to us. Punjabi, Cantonese and Mandarin ਅਤੇ English speaking canvases required for voter caller IDs $17 per hour। ਇਹਦਾ ਕਹਿਣ ਦਾ ਮਤਲਬ ਹੈ ਕਿ ਉਹ ਸਿਰਫ ਪੰਜਾਬੀ ਹੀ ਨਹੀਂ ਕੈਂਟਨੀਜ਼ ਅਤੇ ਮੈਂਡਰਿਨ ਵਿੱਚ ਵੀ ਲੋਕੀ ਲੱਭ ਰਹੇ ਸੀਗੇ ਜੋ ਕਿ ਕਾਲਰ ਆਈਡੀ ਵੋਟਿੰਗ ਕਾਲਰ ਆਈਡੀ ਵਾਲੇ ਕਾਲਸ ਕਰ ਸਕਣ ਅਤੇ ਇਸ 'ਚ ਉਹਨਾਂ ਨੂੰ $17 ਪਰ ਆਵਰ ਜੋ ਹੈ ਉਹ ਦਿੱਤਾ ਜਾਏਗਾ। ਤੇ ਉਹਨਾਂ ਨੇ ਕਿਹਾ ਕਿ ਇਹ ਐਡ ਜਿਹੜੀ ਹੈ ਪਾਰਟੀ ਵੱਲੋਂ ਸਿੱਧੀ ਕ੍ਰੈਗਸਲਿਸਟ ਤੇ ਪਾਈ ਗਈ ਸੀ। ਉਹਨਾਂ ਨੂੰ ਦੂਜੀ ਐਡ ਦਾ ਬਿਲਕੁਲ ਨਹੀਂ ਪਤਾ, ਇਹ ਜਿਹੜੀ ਏਮਪਲੋਇਮੈਂਟ ਸਰਵਿਸ ਹੈ ਉਹਦੇ ਬਾਰੇ ਬਿਲਕੁਲ ਨਹੀਂ ਪਤਾ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਡਾਇਰੈਕਟ ਰਿਕਰੂਟਮੈਂਟ ਕਰਦੇ ਹਾਂ, ਅਸੀਂ ਸਬ ਕੰਟਰੈਕਟਿੰਗ ਨਹੀਂ ਕਰਦੇ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਸਾਡੀ ਚਾਲ ਨਹੀਂ ਹੈ। ਤੇ ਹਨਾ ਜੀ ਕਲੀਨ ਚਿੱਟ ਕਿ ਨਹੀਂ? ਮੇਰੇ ਖਿਆਲ ਤੋਂ ਕਿ ਐਨਡੀਪੀ ਨੂੰ ਇਸ ਤੇ ਕਲੀਨ ਚਿੱਟ ਦੇ ਦੇਣੀ ਚਾਹੀਦੀ ਹੈ ਕਿਉਂਕਿ ਜੇ ਉਹਨਾਂ ਨੇ ਆਪਣੇ ਆਪ ਹੀ ਕ੍ਰੈਗਸਲਿਸਟ ਤੇ ਐਡ ਪਾਈ ਹੋਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਦ ਉਹ ਡਾਇਰੈਕਟ ਰਿਕਰੂਟਮੈਂਟ ਕਰ ਰਹੇ ਹਨ। ਪਰ ਇਸ 'ਚ ਇਹ ਵੀ ਦੇਖਣਾ ਪਵੇਗਾ ਕਿ ਜਿਹੜੀ ਉਹਨਾਂ ਨੇ ਐਡ ਪਾਈ ਹੈ ਕੀ ਉਹ ਇਸ ਤੋਂ ਪਹਿਲਾਂ ਦੀ ਐਡ ਸੀ ਜਾਂ ਇਸ ਤੋਂ ਬਾਅਦ ਦਿੱਤੀ ਗਈ ਸੀ। ਟੂ ਕਲੈਰੀਫਾਈ
ਪਰਮਿੰਦਰ ਜੀ ਤੇ ਹਰਨਿਆ ਜੀ ਤੁਸੀਂ ਦੋਵੇਂ ਉਹਨਾਂ ਨੂੰ ਕਲੀਨ ਚਿਟ ਦੇ ਰਹੇ ਜੋ। ਇੱਕ ਖੁਲਾਸਾ ਮੈਂ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੂੰਗਾ, ਐਨਡੀਪੀ ਦੀ ਵੈਬਸਾਈਟ ਤੇ ਜੋ ਕਿ ਪੇਜ ਇਸ ਟਾਈਮ ਮੌਜੂਦ ਨਹੀਂ ਹੈ ਪਰ ਕੈਸਟ ਪੇਜ ਤੁਸੀਂ ਲੱਭ ਸਕਦੇ ਜੋ ਗੂਗਲ ਤੇ ਫ੍ਰੈਂਚ ਸਪੀਕਿੰਗ ਵਾਸਤੇ ਐਡ ਦਿੱਤੀ ਗਈ ਜਿਨ੍ਹਾਂ ਨੂੰ $15 ਆਫਰ ਕੀਤੇ ਗਏ। ਜੇ ਤੁਸੀਂ ਐਨਡੀਪੀ ਨੂੰ ਇੱਥੇ ਕਲੀਨ ਚਿਟ ਦਿੰਦੇ ਜੋ, ਮੈਨੂੰ ਇਹ ਦੱਸੋਗੇ ਐਨਡੀਪੀ ਆਪਣੀ ਹੀ ਵੈਬਸਾਈਟ ਤੇ ਫ੍ਰੈਂਚ ਕਾਲਿੰਗ ਵਾਸਤੇ $15 ਕਿਉਂ ਆਫਰ ਕਰ ਰਹੀ ਆ, ਜਿੱਥੇ ਕਿ ਇੰਗਲਿਸ਼ ਕਾਲਿੰਗ ਵਾਸਤੇ $17 ਤੇ ਪੰਜਾਬੀ ਕਾਲਿੰਗ ਵਾਸਤੇ $13? ਹਰਪ੍ਰੀਤ ਜੀ, ਜੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਹੀ ਇਹ ਇੱਕ ਪੁਆਇੰਟ ਲਿਖਿਆ ਹੋਇਆ ਜਾਂ ਪਰਮਿੰਦਰ ਜੀ ਤੇ ਹਰਨਿਆ ਜੀ, ਮੈਂ ਹੁਣੇ ਤੁਹਾਡੀ ਚੈਟ ਵਿੰਡੋ ਤੇ ਜੋ ਮੈਂ ਕਰ ਰਿਹਾ ਵਾਂ, ਜਿਹੜੇ ਨਿਊਜ਼ਪੇਪਰ ਤੋਂ ਪੜ੍ਹ ਰਿਹਾ ਉਹਦਾ ਪੂਰਾ ਮੈਸੇਜ ਕਰਦਾ ਕਿ ਤੁਸੀਂ ਦੋਵੇਂ ਪੜ੍ਹ ਲਓ ਤੇ ਮੈਨੂੰ ਦੱਸੋ ਕਿ ਹੁਣ ਤੁਸੀਂ ਕੀ ਕਹਿੰਦੇ ਜੋ, ਜੇ ਵੀ ਉਹਨਾਂ ਨੂੰ ਕਲੀਨ ਚਿਟ ਦਿੰਦੇ ਜੋ 13 17 13 15 ਤੇ 17? ਹਰਪ੍ਰੀਤ ਜੀ, ਇਹ ਮੇਰੇ ਹਿਸਾਬ ਨਾਲ ਜੇ ਅਗੇਨ ਉਹੀ ਗੱਲ ਆ ਕਿ ਅਗਰ ਇਹ ਐਨਡੀਪੀ ਪਾਰਟੀ ਦੀ ਨੌਲੇਜ ਦੇ ਵਿੱਚ ਹੋ ਰਿਹਾ ਫਿਰ ਐਨਡੀਪੀ ਪਾਰਟੀ ਇੱਥੇ ਬਹੁਤ ਜ਼ਿਆਦਾ ਗਲਤ ਹੈ। ਤੁਹਾਡੇ ਸਾਹਮਣੇ ਮੈਂ ਕਾਪੀ ਮਾਰਿਆ ਪਰਮਿੰਦਰ ਜੀ, ਐਨਡੀਪੀ ਦੇ ਹੁਣ ਕਰੰਟ ਪੇਜ ਤੇ ਐਡ ਨਹੀਂ ਹੈਗੀ, ਚੱਕ ਲਈ ਗਈ ਆ, ਪਰ ਇਹ ਐਡ ਥੋੜੇ ਦਿਨ ਪਹਿਲਾਂ ਹੈਗੀ ਸੀ ਜੋ ਕਿ ਕੈਸ਼ ਪੇਜ ਤੇ ਅਜੇ ਵੀ ਅਵੇਲੇਬਲ ਆ। ਜਦੋਂ ਵੀ ਗੂਗਲ ਜਾਂ ਕਿ ਹੋਰ ਸਰਚ ਸਾਈਟ ਤੇ ਆਪਾਂ ਕੋਈ ਪੇਜ ਸਬਮਿਟ ਕਰਦੇ ਆ ਉਹ ਪੇਜਸ ਨੂੰ ਕੈਸ਼ ਕਰ ਲੈਂਦੇ ਆ। ਕੈਸ਼ ਮਤਲਬ ਕਿ ਜਿੱਥੇ ਆਪਾਂ ਪੁਰਾਣੇ ਪੇਜ ਜਾ ਕੇ ਵੇਖ ਸਕੀਏ। ਤਾਂ ਤੁਹਾਡੇ ਸਾਹਮਣੇ ਫ੍ਰੈਂਚ ਸਪੀਕਿੰਗ ਵਾਸਤੇ $15, ਪੰਜਾਬੀ ਵਾਸਤੇ $13, ਇੰਗਲਿਸ਼ ਵਾਸਤੇ $17, ਐਨਡੀਪੀ ਜੋ ਮਰਜ਼ੀ ਕਹੀ ਜਾਏ, ਹੁਣ ਤੁਸੀਂ ਕੀ ਕਹੋਗੇ? ਹਰਪ੍ਰੀਤ ਜੀ, ਮੈਂ ਇੱਥੇ ਵੀ ਕਲੀਨ ਚਿਟ ਜਿਹੜੀ ਆਪਣੀ ਵਾਪਸ ਲਵਾਂਗਾ ਐਨਡੀਪੀ ਤੋਂ, ਕਿਉਂਕਿ ਹਰਨਿਆ ਜੀ ਇੱਕ ਕਲੀਨ ਚਿਟ ਵਾਪਸ ਹੋਗੀ, ਤੁਸੀਂ ਕੀ ਕਹੋਗੇ ਹਰਨਿਆ ਜੀ? ਮੈਂ ਕਲੀਨ ਚਿਟ ਵਾਪਸ ਨਹੀਂ ਲਾਂਗੀ। ਕੀ ਪਤਾ ਜੋ ਕਿ ਜੇ ਦੇਖੀਏ ਕੈਨੇਡਾ ਦੀ ਜਿਹੜੀਆਂ ਦੋ ਆਫੀਸ਼ੀਅਲ ਲੈਂਗੁਏਜਸ ਹਨ ਉਹ ਹੈ ਇੰਗਲਿਸ਼ ਅਤੇ ਫ੍ਰੈਂਚ, ਠੀਕ ਹੈ। ਜਿਹੜੀਆਂ ਵੀ ਬਾਅਦ 'ਚ ਜਿਹੜੀਆਂ ਲੈਂਗੁਏਜ ਆਉਂਦੀਆਂ ਨੇ ਜਿਵੇਂ ਸਾਊਥ ਏਸ਼ੀਅਨ ਲੈਂਗੁਏਜਸ ਹੋ ਗਿਆ ਜਾਂ ਸਾਊਥ ਈਸਟ ਏਸ਼ੀਅਨ ਲੈਂਗੁਏਜਸ ਹੋ ਗਿਆ ਜਾਂ ਅਰਬਿਕ ਜਾਂ ਬਾਕੀ ਲੈਂਗੁਏਜਸ ਹੋ ਗਿਆ, ਕਈ ਵਾਰੀ ਉਹਨਾਂ ਨੂੰ ਜ਼ਿਆਦਾ ਐਡਵਾਂਟੇਜ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਇੰਗਲਿਸ਼ ਪਲੱਸ ਇੱਕ ਐਡਡ ਸਾਊਥ ਏਸ਼ੀਅਨ ਜਾਂ ਕੋਈ ਇੱਕ ਐਡਡ ਥਰਡ ਲੈਂਗੁਏਜ ਹੁੰਦੀ ਹੈ ਤੇ ਉਸ ਦੇ ਤੌਰ ਤੇ ਕੀ ਪਤਾ ਉਹਨਾਂ ਨੇ ਜਿਹੜਾ ਰੇਟ ਹੈ ਉਹ $17 ਰੱਖਿਆ ਹੋਵੇ। ਪਰ ਜਿਹੜੀ ਐਡ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਹੈ ਜਿੱਥੇ ਸਿਰਫ ਇੰਗਲਿਸ਼ ਜਾਂ ਫ੍ਰੈਂਚ ਹੈ ਤੇ ਉਹ ਸ਼ਾਇਦ ਸਿਰਫ ਉਹਨਾਂ ਕੈਂਡੀਡੇਟਸ ਨੂੰ ਟਾਰਗੇਟ ਕਰ ਰਹੇ ਹਨ ਜੋ ਫ੍ਰੈਂਚ ਵਾਸਤੇ ਹਰਨਿਆ ਜੀ। मैं वही कह रही हाँ क्योंकि ये दो ऑफिशियल लैंग्वेजेस हैं, की पता कि वो सिर्फ ऑफिशियल लैंग्वेजेस के तौर पर उन्होंने ही $15 देना चाह रहे हैं। पर हाँ मैं एक गल जरूर कहना चाहूँगी, जिवें मैं क्या कि एडिड थर्ड लैंग्वेज का जो एडवांटेज है उस नाल डेफिनेटली उन्होंने $17 रखता है, पर एक गल जरूर है कि जे वो वाकई ही बाकी लैंग्वेजेस ਲਈ ਵੀ $17 ਦੇ ਰਹੇ ਹਨ ਤੇ ਫ੍ਰੈਂਚ ਨੂੰ ਇਹਨਾਂ ਨੂੰ ਡੀਗ੍ਰੇਡ ਕਰਕੇ 15 ਨਹੀਂ ਦੇਣੀ ਚਾਹੀਦੀ। ਇਹਨਾਂ ਨੂੰ ਆਪਣੇ ਜਿਹੜੇ ਇਹ ਫੈਕਟਸ ਹਨ ਉਹ ਡੈਫੀਨੇਟਲੀ ਕਲੈਰੀਫਾਈ ਕਰਨੇ ਚਾਹੀਦੇ ਹਨ ਤੇ ਇੱਕੋ ਰੇਟ ਰੱਖਣਾ ਚਾਹੀਦਾ ਸਾਰੀ ਲੈਂਗੁਏਜਸ ਲਈ। ਤੁਸੀਂ ਆਪੇ ਹੀ ਕਹਿ ਰਹੇ ਜੋ ਇੱਕੋ ਰੇਟ ਰੱਖਣਾ ਚਾਹੀਦਾ ਹੈ ਸਾਰੇ ਲੈਂਗੁਏਜ ਲਈ, ਆਪੇ ਤੁਸੀਂ ਕਹਿ ਰਹੇ ਜੋ ਮੈਂ ਅਜੇ ਵੀ ਕਲੀਨ ਚਿਟ ਵਾਪਸ ਨਹੀਂ ਲੈਂਦੀ। ਯੈਸ ਬਿਕਾਜ਼ ਕਿਉਂਕਿ ਸਾਊਥ ਦੀ ਥਰਡ ਲੈਂਗੁਏਜ ਦਾ ਕਿਤੇ ਨਾ ਕਿਤੇ ਬੈਨੀਫਿਟ ਹੁੰਦਾ ਹੈ ਹਰਪ੍ਰੀਤ ਜੀ, ਥਰਡ ਲੈਂਗੁਏਜ ਦਾ ਕਿਤੇ ਨਾ ਕਿਤੇ ਬੈਨੀਫਿਟ ਹੁੰਦਾ ਹੈ। ਜਿਹੜਾ ਲੋਕਾਂ ਨੂੰ ਸਿਰਫ ਇੰਗਲਿਸ਼ ਆਂਦੀ ਹੈ ਜਾਂ ਜਿਨ੍ਹਾਂ ਨੂੰ ਸਿਰਫ ਇੰਗਲਿਸ਼ ਅਤੇ ਫ੍ਰੈਂਚ ਆਂਦੀ ਹੈ, ਇਹ ਗੱਲ ਤੁਸੀਂ ਭੁਲਾ ਨਹੀਂ ਸਕਦੇ ਕਿ ਕੁਝ ਰੀਜਨਸ ਇਹੋ ਜਿਹੇ ਹਨ ਜਿੱਥੇ ਇੰਗਲਿਸ਼ ਅਤੇ ਫ੍ਰੈਂਚ ਮੈਂਡੇਟੋਰੀ ਹੈ ਤੇ ਓਬਵੀਅਸਲੀ ਜਿਹੜਾ ਉੱਥੇ ਆਪਣੇ ਸਾਰੀ ਸਕੂਲਿੰਗ ਕਰਦਾ ਹੈ ਸਾਰੀ ਐਜੂਕੇਸ਼ਨ ਕਰਦਾ ਹੈ ਉਹਦੇ ਲਈ ਇੱਕ ਰੈਗੂਲਰ ਲੈਂਗੁਏਜ ਹੈ, ਪਰ ਜਿਹੜੀ ਥਰਡ ਲੈਂਗੁਏਜ ਹੈ ਉਹ ਉੱਥੇ ਵੈਲਿਡ ਨਹੀਂ ਹੁੰਦੀ ਤੇ ਜੇ ਕਿਸੇ ਕੋਲ ਥਰਡ ਲੈਂਗੁਏਜ ਸਕਿੱਲ ਹੈ ਤੇ ਓਬਵੀਅਸਲੀ ਉਹਦਾ ਰੇਟ ਜ਼ਿਆਦਾ ਹੀ ਹੋਏਗਾ। ਇੱਕ ਹੋਰ ਕੁਐਸਚਨ ਜਿਹੜਾ ਮੈਂ ਤੁਹਾਡੇ ਦੋਵਾਂ ਨੂੰ ਪੁੱਛਣਾ ਚਾਹਣਾ ਤੇ ਆਪਣੇ ਦਰਸ਼ਕਾਂ ਨੂੰ ਜਾਣੂ ਕਰਾਉਣਾ ਚਾਹੁੰਦਾ ਹੈ, ਇੱਥੇ ਐਨਡੀਪੀ ਨੇ ਸਾਫ਼ ਪੱਲਾ ਝਾੜ ਲਿਆ, ਇੱਕ ਵਰਡ ਯੂਜ਼ ਕਰਕੇ ਸਬ ਕੰਟਰੈਕਟ ਅਸੀਂ ਠੇਕਾ ਦਿੱਤਾ ਸੀ। ਜਦੋਂ ਆਪਾਂ ਕੋਈ ਵੀ ਚੀਜ਼ ਦਾ ਠੇਕਾ ਦਿੰਦਾ ਹੈ ਆਪਾਂ ਉਹਦੀ ਟਰਮਸ ਐਂਡ ਕੰਡੀਸ਼ਨ ਸੈੱਟ ਕਰੀਦੀਆਂ ਨੇ। ਫੋਰ ਐਗਜ਼ਾਮਪਲ ਆਪਾਂ ਇੰਡੀਆ ਦਾ ਐਗਜ਼ਾਮਪਲ ਲੈ ਲਈ, ਆਪਾਂ ਸਾਰੇ ਪੰਜਾਬੀ ਆ ਇੰਡੀਆ ਤੋਂ ਆਏ ਆ, ਜਦੋਂ ਆਪਾਂ ਜ਼ਮੀਨ ਵੀ ਠੇਕੇ ਤੇ ਦਿੰਦੇ ਆ ਆਪਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ 1 ਸਾਲ ਵਾਸਤੇ ਠੇਕੇ ਤੇ ਦਿੱਤੀ ਆ ਤੇ ਫਲਾਣੇ ਬੰਦੇ ਨੇ ਫਸਲ ਬੋਣੀ ਆ, ਉਹ ਬੰਦਾ ਜੇ ਜ਼ਮੀਨ 'ਚੋਂ ਮਿੱਟੀ ਪੁੱਟਣ ਲੱਗ ਜਾਣ ਆਪਾਂ ਜਾ ਕੇ ਆਬਜੈਕਟ ਕਰਾਂਗੇ। ਉਹੀ ਹੁਣ ਇਸ ਗੱਲ ਨੂੰ ਧਿਆਨ ਤੇ ਰੱਖ ਕੇ ਮੈਂ ਐਨਡੀਪੀ ਦੀ ਗੱਲ ਤੇ ਵਾਪਸ ਹੋਣਾ ਚਾਹੁੰਦਾ ਵਾਂ। ਐਨਡੀਪੀ ਨੇ ਠੇਕਾ ਦੇ ਦਿੱਤਾ, ਅੱਗੇ ਉਹ ਕੰਪਨੀ ਇੱਕ ਇੰਗਲਿਸ਼ ਸਪੀਕਿੰਗ ਨੂੰ $17 ਤੇ ਕਰੀ ਜਾਵੇ, ਪੰਜਾਬੀ ਸਪੀਕਿੰਗ ਨੂੰ $13 ਤੇ ਕਰੀ ਜਾਵੇ। ਜਦੋਂ ਐਨਡੀਪੀ ਨੇ ਠੇਕਾ ਦਿੱਤਾ ਕਿ ਐਨਡੀਪੀ ਆਪਣੀ ਮਿਨੀਮਮ ਵੇਜ ਵਾਲੀ ਗੱਲ ਲਿਖਣੀ ਭੁੱਲ ਗਈ ਕਿ ਲਿਖੀ ਨਹੀਂ, ਭਾਵੇਂ ਭੁੱਲ ਗਈ ਜਾਂ ਜਾਣ ਕੇ ਨਹੀਂ ਲਿਖੀ, ਤੁਹਾਨੂੰ ਨਹੀਂ ਲੱਗਦਾ ਇਹਦੇ ਵਿੱਚ ਐਨਡੀਪੀ ਦੋਸ਼ੀ ਆ ਕਿਤੇ ਨਾ ਕਿਤੇ? ਹਰਪ੍ਰੀਤ ਜੀ ਤੇ ਤੁਸੀਂ ਕੱਲਾ ਐਨਡੀਪੀ ਨੂੰ ਇਸ ਗੱਲ ਤੇ ਦੋਸ਼ੀ ਨਹੀਂ ਕਹਿ ਸਕਦੇ ਕਿ ਹਾਂਜੀ ਕਿਉਂਕਿ ਇਹ ਜਿਹੜੇ ਮੈਂ ਕੁਐਸਚਨ ਰਿਪੀਟ ਕਰਦਾ ਹਾਂ, ਆਪਾਂ ਸਬ ਕੰਟਰੈਕਟ ਸਾਈਨ ਕਰੀਦਾ ਪਰਮਿੰਦਰ ਜੀ, ਆਪਾਂ ਕੋਈ ਵੀ ਕੰਟਰੈਕਟ ਸਾਈਨ ਕਰੀਦਾ ਆਪਾਂ ਸਾਰੀ ਟਰਮਸ ਐਂਡ ਕੰਡੀਸ਼ਨ ਵਿੱਚ ਲਿਖੀ ਦੀ ਆ। ਐਨਡੀਪੀ ਜੋ ਕਿ ਕੈਨੇਡਾ ਦੇ ਫੈਡਰਲ ਲੈਵਲ ਦੀ ਪਾਰਟੀ ਆ, ਟੌਮ ਮਲਕੇਰ ਪ੍ਰਾਈਮ ਮਿਨਿਸਟਰ ਬਣਨ ਦੇ ਸੁਪਨੇ ਦੇਖ ਰਹੇ ਨੇ। ਜਦੋਂ ਇਸ ਪਾਰਟੀ ਨੇ ਅੱਗੇ ਕੇ ਕਾਲ ਸੈਂਟਰ ਨੂੰ ਠੇਕਾ ਦਿੱਤਾ ਜਾਂ ਕਿ ਹਾਇਰਿੰਗ ਏਜੰਸੀ ਨੂੰ ਸਟਾਫਿੰਗ ਏਜੰਸੀ ਨੂੰ ਠੇਕਾ ਦਿੱਤਾ ਤੇ ਇਹ ਕਿੱਦਾਂ ਹੋ ਸਕਦਾ ਜਿਹੜੀ ਉਹਨਾਂ ਦੀ ਮੇਨ ਡਿਮਾਂਡ ਐਨਡੀਪੀ ਦੀ ਕਿ ਮਿਨੀਮਮ ਵੇਜ $15 ਹੋਣੀ ਚਾਹੀਦੀ ਹੈ ਉਹ ਲਿਖਣਾ ਭੁੱਲ ਗਏ? ਤੇ ਜੇ ਭੁੱਲ ਗਏ ਕਿ ਤੁਹਾਨੂੰ ਲੱਗਦਾ ਕਿ ਐਨਡੀਪੀ ਆਪਣੀ ਪਾਲਿਸੀ ਆਪਣੀ ਫੋਲੋ ਕਰ ਪਾ ਰਹੀ ਤੇ ਇਹ ਸਰਕਾਰ ਕੀ ਚਲਾਉਣਗੇ?
ਹਰਪ੍ਰੀਤ ਜੀ ਇੱਥੇ ਸਰਕਾਰ ਚਲਾਉਣ ਦਾ ਤੇ ਕਿਸੇ ਨੂੰ ਪੇ ਕਰਨ ਦਾ ਟੋਟਲੀ ਦੋ ਅਲੱਗ-ਅਲੱਗ ਗੱਲਾਂ ਆ। ਇਹ ਉਹਨਾਂ ਦਾ ਇੱਕ ਇਲੈਕਸ਼ਨ ਏਜੰਡਾ ਜ਼ਰੂਰ ਹੈਗਾ ਆ, ਪਰ ਇਹਦੇ ਬੇਸ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਰਕਾਰ ਨੇ। ਹਰਪ੍ਰੀਤ ਜੀ ਤੁਸੀਂ ਇਸ ਗੱਲ ਤੇ ਇਹ ਨਹੀਂ ਕਹਿ ਸਕਦੇ ਕਿ ਉਹ ਸਰਕਾਰ ਨਹੀਂ ਚਲਾ ਸਕਦੇ। ਹਰਪ੍ਰੀਤ ਜੀ ਦੇਖੋ, ਵਾਅਦੇ ਤੁਸੀਂ ਇਲੈਕਸ਼ਨ ਤੋਂ ਬਾਅਦ ਭੁੱਲਦੇ ਜੋ, ਵਾਅਦੇ ਤੁਸੀਂ ਜਿੱਤਣ ਤੋਂ ਪਹਿਲਾਂ ਭੁੱਲਦੇ ਜੋ। ਤੁਸੀਂ ਤੇ ਇੱਥੇ ਜਿਹੜਾ ਆਪਣਾ ਮੇਨ ਮੁੱਦਾ ਬਣਾਇਆ ਵਾ ਉਹ ਵਾਅਦਾ ਇਲੈਕਸ਼ਨ ਤੋਂ ਪਹਿਲਾਂ ਹੀ ਭੁੱਲ ਗਏ। ਹਰਪ੍ਰੀਤ ਜੀ ਭੁੱਲੇ ਨਹੀਂ ਹੈਗੇ ਉਹ। ਇੱਥੇ ਜੇ ਤੇ ਉਹਨਾਂ ਕੋਲ ਇਹ ਮਿਸਟੇਕ ਹੋਈ ਆ ਜਾਂ ਜਿਹੜੇ ਇਹ ਅੱਗੇ ਉਹਨਾਂ ਵੱਲੋਂ ਜਿਹੜੀ ਪੇਮੈਂਟ ਕੀਤੀ ਜਾਣੀ ਆ, ਜਿਹੜੀ ਵੀ ਸਟਾਫਿੰਗ ਏਜੰਸੀ ਆ, ਉਹ ਹੋ ਸਕਦਾ ਕਿ ਜਿਹੜੇ ਰੇਟਸ ਹੈਗੇ ਆ ਉਹ ਡਿਸਾਈਡ ਨਾ ਕੀਤੇ ਗਏ ਹੋਣ, ਜਾਂ ਉਸ ਕੰਟਰੈਕਟ ਦੇ ਵਿੱਚ ਰੇਟਸ ਜਿਹੜੇ ਹੈਗੇ ਆ ਉਹ ਸਿਰਫ ਪਾਰਟੀ ਦੇ ਨਾਲ ਡਿਸਾਈਡ ਹੋਏ ਹੋਣਗੇ ਕਿ ਹਾਂਜੀ ਅਸੀਂ ਅੱਗੇ ਜਿਹੜੇ ਆਪਣੇ EMPLOYEES ਹੈਗੇ ਉਹਨਾਂ ਨੂੰ ਆਹ ਜਿਹੜੇ ਆ ਪੇ ਕਰਨੇ ਆ। ਪਰ ਕੀ ਉਹ ਰੂਲਸ ਨੂੰ ਫੋਲੋ ਕੀਤਾ ਗਿਆ ਉਸ ਏਜੰਸੀ ਵੱਲੋਂ ਜਾਂ ਨਹੀਂ, ਹੁਣ ਇਹ ਚੈੱਕ ਕਰਨਾ ਜਾਂ ਨਹੀਂ ਕਰਨਾ ਇਹ ਉਹਦੇ ਕੰਟਰੈਕਟ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ, ਇਹ ਵੀ ਮੈਟਰ ਕਰਦਾ ਆ। ਹੁਣ ਤੁਸੀਂ ਬਿਲਕੁਲ ਹਰਪ੍ਰੀਤ ਜੀ ਦੇਖੋ, ਅਗਰ ਤੁਸੀਂ ਕਿਸੇ ਨੂੰ ਕਹਿ ਦਿੰਦੇ ਹੋ, ਏਜੰਸੀ ਨੂੰ ਕੰਟਰੈਕਟ ਦਿੱਤਾ ਕਿ ਹਾਂਜੀ ਤੁਸੀਂ ਅੱਗੇ ਅਸੀਂ ਤੁਹਾਨੂੰ $17 ਪਰ ਆਰ ਜਿਹੜਾ ਆ ਉਹ ਪੇ ਕਰਨਾ ਆ ਫॉर ਸੋ ਐਂਡ ਸੋ ਵਰਕ। ਹੁਣ ਅੱਗੇ ਏਜੰਸੀ ਜਿਹੜੀ ਆ ਉਹ ਕਿੰਨੇ ਪੇ ਕਰਦੀ ਪਈ ਆ, ਤੁਸੀਂ ਉਹਦੇ ਉੱਤੇ ਨਜ਼ਰ ਨਹੀਂ ਰੱਖ ਸਕਦੇ ਕਈ ਵਾਰ, ਕਿਉਂਕਿ ਉਹ ਥੋੜੀ ਕੰਪਨੀ ਦੀ ਪ੍ਰਾਈਵੇਸੀ ਆ ਜਾਂਦੀ ਆ। ਗੱਲ ਸੁਣੋ ਪਰਮਿੰਦਰ ਜੀ, ਜੇ ਮੈਂ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਹੁੰਦਾ, ਮੇਰੀ ਮੇਨ ਪਾਲਿਸੀ 'ਚ ਇਹ ਗੱਲ ਹੁੰਦੀ ਕਿ ਮਿਨੀਮਮ ਬੇਸ ਮੈਂ $15 ਕਰੂੰਗਾ। ਮੈਂ ਤਾਂ ਜਿਹੜਾ ਵੀ ਕੰਟਰੈਕਟ ਸਾਈਨ ਕਰਨਾ ਸੀ ਤਾਂ ਪਹਿਲਾਂ ਲਿਖਣਾ ਸੀ ਕਿ ਜਿਹੜੀ ਵੀ ਏਜੰਸੀ ਹਾਇਰ ਕਰੋ, ਜਿਹੜਾ ਵੀ ਸਟਾਫ ਹਾਇਰ ਕਰੋ, ਮਿਨੀਮਮ $15 ਦੋਗੇ। $15 ਤੋਂ 1 ਸੈਂਟ ਵੀ ਘੱਟ ਕਿੱਦਾਂ ਦੋਗੇ? ਹਰਪ੍ਰੀਤ ਜੀ ਹੁਣ ਇਹੀ ਪੁਆਇੰਟ ਜਿਹੜਾ ਹੈਗਾ ਆ, ਹੋ ਸਕਦਾ ਉਸ ਕੰਟਰੈਕਟ ਦੇ ਵਿੱਚ ਨਹੀਂ ਮੈਂਸ਼ਨ ਕੀਤਾ ਗਿਆ ਹੋਵੇ। ਸੋ ਇਹ ਜ਼ਰੂਰੀ ਮੈਂ ਕਿਤੇ ਨਾ ਕਿਤੇ ਆਪਣੇ ਕੰਮ ਵਿੱਚ ਨਾਕਾਮ ਆ, ਕਿਤੇ ਨਾ ਕਿਤੇ ਮੈਂ ਆਪਣੀਆਂ ਗੱਲਾਂ ਤੇ ਆਪ ਹੀ ਉਤਰ ਨਹੀਂ ਰਿਹਾ। ਹਰਪ੍ਰੀਤ ਜੀ ਅਗੇਨ ਇਹ ਅਗਰ ਹੁਣ ਜਿਹੜੀ ਆਲਰੇਡੀ ਏਜੰਸੀ ਕੰਮ ਕਰਦੀ ਪਈ ਆ, ਉਹ ਏਜੰਸੀ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਦੇ ਨਾਲ ਕਿਹੜਾ ਕੰਟਰੈਕਟ ਜਿਹੜਾ ਆ ਉਹ ਸਾਈਨ ਕੀਤਾ ਆ। ਜੇ ਉਹਨਾਂ ਨੇ ਡਿਸਕਲੋਜ਼ਰ ਕਰਨਾ ਹੈ ਕਿ ਹਾਂਜੀ ਅਸੀਂ ਅੱਗੇ ਪੇ ਕਰਦੇ ਆਹ ਜਿਹੜੀ ਅਮਾਉਂਟ ਹੈਗਾ ਉਹ ਪੇ ਕਰਦੇ ਪਏ ਆ, ਤੇ ਉਸ ਕੰਪਨੀ ਨੂੰ ਮੇਨ ਪਾਰਟੀ ਨੂੰ ਸ਼ੋ ਕਰਨ ਦੀ ਜ਼ਰੂਰਤ ਹੈਗੀ ਹੈ ਜਾਂ ਨਹੀਂ ਹੈਗੀ ਕਿ ਉਹ ਅੱਗੇ ਆਪਣੇ EMPLOYEE ਨੂੰ ਕਿੰਨੇ ਪੇ ਕਰਦੇ ਪਏ ਆ। ਸੋ ਇਹ ਇੱਕ ਕਿਤੇ ਨਾ ਕਿਤੇ ਪ੍ਰਾਈਵੇਸੀ ਜਿਹੜੀ ਆ ਹਰਪ੍ਰੀਤ ਜੀ ਉਹ ਆ ਜਾਂਦੀ ਆ। ਹਰਿਆ ਜੀ ਸੇਮ ਕੁਐਸਚਨ ਤੁਹਾਡੇ ਵਾਸਤੇ। NDP ਜਿਹੜੀ ਕਿ $15 ਮਿਨੀਮਮ ਬੇਸ ਦੀ ਗੱਲ ਕਰਦੀ ਆ, ਕੋਈ ਕੰਟਰੈਕਟ ਸਾਈਨ ਕਰਨ ਲਈ ਆ ਕਿ ਕੰਪਨੀ ਨਾਲ ਉੱਥੇ ਹਾਇਰਿੰਗ ਦੀ ਗੱਲ ਚੱਲਣ ਦੀ ਆ, ਉਹਨਾਂ ਨੇ ਕਾਫੀ EMPLOYEES ਹਾਇਰ ਕਰਕੇ ਕਾਲਾਂ ਕਰਵਾਉਣੀਆਂ ਨੇ। ਕਿ ਤੁਹਾਨੂੰ ਨਹੀਂ ਲੱਗਦਾ ਜੇ NDP ਆਪ ਹੀ ਉਸ ਕੰਟਰੈਕਟ ਵਿੱਚ ਇਹ ਨਾ ਲਿਖੇ ਕਿ ਮਿਨੀਮਮ ਬੇਸ $15 ਥੱਲੇ ਅਸੀਂ ਕੋਈ ਇੱਕ ਬੰਦਾ ਨਹੀਂ ਹਾਇਰ ਕਰਨਾ, ਤੇ ਕਿਤੇ ਨਾ ਕਿਤੇ NDP ਆਪਣੀਆਂ ਗੱਲਾਂ ਤੋਂ ਹੀ ਫਿਸਲ ਰਹੀ ਆ? ਦੇਖੋ ਹਰਪ੍ਰੀਤ ਜੀ, ਇਹ 'ਚ ਦੋ ਗੱਲਾਂ ਨੇ। ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜੀ ਏਜੰਸੀ ਵੱਲੋਂ ਇਹ ਐਡ ਦਿੱਤੀ ਗਈ ਸੀ, ਠੀਕ ਹੈ, ਉਹਨਾਂ ਨੇ ਕਿਸੇ ਵੀ ਮੀਡੀਆ ਇਨਕੁਆਇਰੀ ਜਾਂ ਫਿਰ ਕਿਸੇ ਹੋਰ ਇਨਕੁਆਇਰੀ ਦਾ ਜਵਾਬ ਨਹੀਂ ਦਿੱਤਾ ਹੈ। ਉਹਨਾਂ ਨਾਲ ਸੰਪਰਕ ਕਰਨ ਦੇ ਸਾਰੇ ਜਿਹੜੇ ਵਸੂਲੇ ਨੇ ਉਹ ਸਾਰੇ ਨਾਕਾਮਯਾਬ ਰਹੇ ਨੇ, ਠੀਕ ਹੈ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਸ ਏਜੰਸੀ ਵੱਲੋਂ ਇਹ ਐਡ ਦਿੱਤੀ ਗਈ ਸੀ ਉਹ ਬਿਲਕੁਲ ਲੈਜੀਟੀਮੇਟ ਸੀਗੀ ਜਾਂ ਨਹੀਂ ਸੀਗੀ। ਦੂਜੀ ਗੱਲ ਇਹ ਧਿਆਨ ਨੂੰ ਰੱਖਣੀ ਹੈ ਕਿ ਜੇ ਉਹਨਾਂ ਏਜੰਸੀ ਦੀ ਗੱਲ ਹੀ ਨਹੀਂ ਕਰਦਾ ਪਿਆ, ਮੈਂ ਤਾਂ ਤੁਹਾਨੂੰ ਇਹ ਪੁੱਛਦਾ ਪਿਆ ਕਿ NDP ਨੇ ਆਪ ਕੰਟਰੈਕਟ ਦਿੱਤਾ ਹੈ, ਜਿਹੜੀ ਮਰਜ਼ੀ ਏਜੰਸੀ ਚੁਣੀ NDP ਨੇ ਆਪ ਚੁਣੀ ਹੈ, ਪਰ ਉਹ ਕਹਿ ਰਹੇ ਹੈ ਕਿ ਅਸੀਂ ਸਬ ਕੰਟਰੈਕਟ ਨਹੀਂ ਕੀਤਾ। ਹਰਪ੍ਰੀਤ ਜੀ ਉਹ ਬਾਰ-ਬਾਰ ਇਸੇ ਗੱਲ ਨੂੰ ਕਹਿ ਰਹੇ ਹਨ ਕਿ ਉਹਨਾਂ ਨੇ ਸਬ ਕੰਟਰੈਕਟ ਨਹੀਂ ਕੀਤਾ। ਪਰ ਉਹਨਾਂ ਕੰਟਰੈਕਟ ਤੇ ਕੀਤਾ। ਉਹਨਾਂ ਨੇ ਕੰਟਰੈਕਟ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਜਿਹੜੀ ਐਡ ਕ੍ਰੈਗਸਲਿਸਟ ਤੇ ਪਾਈ ਹੈ ਉਹ NDP ਨੇ ਖੁਦ ਪਾਈ ਹੈ। NDP ਦੀ ਡਾਇਰੈਕਟ NDP ਦੀ ਪਾਰਟੀ ਵੱਲੋਂ ਜਿਹੜੇ ਉਹਨਾਂ ਦੇ ਕਮਿਊਨੀਕੇਸ਼ਨਸ ਦੇ ਬੰਦੇ ਹਨ ਉਹਨਾਂ ਵੱਲੋਂ ਐਡ ਪਾਈ ਗਈ ਹੋਏਗੀ, ਇਹ ਕੈਂਪੇਨ ਮੈਨੇਜਰਸ ਵੱਲੋਂ ਐਡ ਪਾਈ ਗਈ ਹੋਏਗੀ, ਉਹ ਉਹਨਾਂ ਦੇ ਡਿਪਾਰਟਮੈਂਟ ਤੋਂ ਡਾਇਰੈਕਟਲੀ ਕੀਤੀ ਗਈ ਹੈ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਉੱਠਦਾ ਹੈ ਕਿ ਜੇ ਉਹਨਾਂ ਨੇ ਵਾਕਈ ਸਬ ਕੰਟਰੈਕਟ ਕੀਤਾ ਹੁੰਦਾ ਤਾਂ ਫਿਰ ਉਹ EMPLOYMENT ਏਜੰਸੀ ਭੱਜਦੀ ਕਿਉਂ ਮੀਡੀਆ ਤੋਂ? ਫਿਰ ਉਹ ਕਿਉਂ ਨਹੀਂ ਸਵਾਲਾਂ ਦੇ ਜਵਾਬ ਦੇ ਰਹੀ? ਉਹਨਾਂ ਕੋਲ ਤਾਂ ਸਾਫ਼ ਕੰਟਰੈਕਟ ਹੁੰਦਾ ਕਿ ਹਾਂਜੀ NDP ਵੱਲੋਂ ਸਾਨੂੰ ਹਾਇਰ ਕੀਤਾ ਗਿਆ ਸੀ ਕਿ ਅਸੀਂ ਇਹ ਐਡ ਪਲੇਸ ਕਰੀਏ। ਇਹ ਹੋਕਸ ਵੀ ਹੋ ਸਕਦਾ ਹੈ ਪਾਰਟੀ ਨੂੰ ਥੱਲੇ ਡਿਗਾਉਣ ਲਈ, ਪਾਰਟੀ ਦੇ $15 ਮਿਨੀਮਮ ਵੇਜ ਦੀ ਪਾਲਿਸੀ ਨੂੰ ਕੱਟ ਕਰਨ ਦੀ, ਕਿਉਂਕਿ ਗੱਲ ਇਹ ਹੈ ਕਿ ਜਿਹੜੀ ਏਜੰਸੀ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਆਤਾ ਪਤਾ ਹੀ ਨਹੀਂ ਹੈਗਾ, ਪਤਾ ਹੀ ਨਹੀਂ ਹੈ ਕਿ ਉਹ ਕਿੱਥੇ ਹਨ, ਕੌਣ ਹਨ, ਲੈਜੀਟੀਮੇਟ ਵੀ ਹਨ। ਤੇ ਜਿੱਥੇ NDP ਸਾਫ਼ ਇਹ ਗੱਲ ਕਰ ਰਹੀ ਹੈ ਕਿ ਸਾਨੂੰ ਕਾਫੀ ਹਰਟ ਹੋਇਆ ਹੈ ਇਹ ਸਾਰਾ ਦੇਖ ਕੇ, ਕਿਉਂਕਿ ਅਸੀਂ ਇਹ 'ਚ ਬਿਲੀਵ ਨਹੀਂ ਕਰਦੇ ਤੇ ਅਸੀਂ ਵੀ ਇਸ 'ਚ ਵੀ ਆਰ ਲੁਕਿੰਗ ਫਾਰਵਰਡ ਟੂ ਇਟ, ਵੀ ਆਰ ਡੂਇੰਗ ਐਨ ਇਨਵੈਸਟੀਗੇਸ਼ਨ। ਤੇ ਜਦ ਤੱਕ ਇਨਵੈਸਟੀਗੇਸ਼ਨ ਦੀ ਰਿਪੋਰਟ ਸਾਹਮਣੇ ਨਹੀਂ ਆ ਸਕਦੀ ਅਸੀਂ ਜਿਹੜੀ ਇਹ EMPLOYMENT ਏਜੰਸੀ ਨੂੰ ਹੈ ਇਸ ਨੂੰ ਵੀ ਬਿਲਕੁਲ ਬ੍ਰੈਕਟ ਤੋਂ ਬਾਹਰ ਨਹੀਂ ਕੱਢ ਸਕਦੇ, ਕਿਉਂਕਿ ਕੈਂਪੇਨਿੰਗ ਚੱਲ ਰਹੀ ਹੈ ਕਿਸੇ ਵੱਲੋਂ ਵੀ ਇਹ, ਕਿਉਂਕਿ ਕ੍ਰੈਗਸਲਿਸਟ ਅਤੇ ਕੀਜੀਜੀ ਅਤੇ ਅਜਿਹੀਆਂ ਜਿਹੜੀਆਂ ਵੈਬਸਾਈਟਸ ਹੁੰਦੀਆਂ ਹਨ, ਇੱਕ ਗੱਲ ਅਸੀਂ ਭੁਲਾ ਨਹੀਂ ਸਕਦੇ ਕਿ ਇਹਨਾਂ 'ਚ ਕਾਫੀ ਐਡਸ ਲੈਜੀਟੀਮੇਟ ਨਹੀਂ ਹੁੰਦੀਆਂ। ਤੁਸੀਂ ਕਿਸੇ ਵੀ ਐਡ ਦੀ ਗੱਲ ਕਰੋ, ਕਈ ਵਾਰੀ ਐਡਸ ਲੈਜੀਟੀਮੇਟ ਨਹੀਂ ਹੁੰਦੀਆਂ, ਉਹ ਟੈਂਪਰੇਰੀ ਹੁੰਦੀਆਂ ਨੇ, ਉਹਨਾਂ ਨੂੰ ਕਈ ਵਾਰੀ ਚੜਾ ਦਿੱਤਾ ਜਾਂਦਾ ਤੇ ਉਤਾਰ ਦਿੱਤਾ ਜਾਂਦਾ ਹੈ, ਤੇ ਡੈਫੀਨੇਟਲੀ ਇਹ ਉਹਨਾਂ ਨੂੰ NDP ਨੂੰ ਫਸਾਉਣ ਦਾ ਇੱਕ ਜ਼ਰੀਆ ਵੀ ਹੋ ਸਕਦਾ ਹੈ।
ਐਨਡੀਪੀ ਨੂੰ ਫਸਾਉਣ ਦਾ ਜ਼ਰੀਆ ਹੈ ਜਾਂ ਐਨਡੀਪੀ ਆਪ ਫਸ ਰਹੀ ਹੈ। ਪਰ ਇੱਕ ਗੱਲ ਮੈਂ ਤੁਹਾਡੇ ਦੋਵਾਂ ਤੋਂ ਇੱਕ ਹੋਰ ਪੁੱਛਣਾ ਚਾਹੂੰਗਾ, ਜੋ ਮੇਰਾ ਅਗਲਾ ਕੁਐਸਚਨ ਹੈ, ਜੇ ਐਨਡੀਪੀ ਇਹ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਮੰਨਦੀ ਤੇ ਪੇ ਬੈਕ ਕਿਉਂ ਕੀਤਾ ਗਿਆ? ਜਿਨ੍ਹਾਂ ਨੂੰ $13 ਦੇ ਹਿਸਾਬ ਨਾਲ ਚੈੱਕ ਦਿੱਤੇ ਗਏ ਸੀ, ਉਹਨਾਂ ਨੂੰ ਜੋ $4 ਦਾ ਡਿਫਰੈਂਸ ਸੀ, ਉਹ ਕਿਉਂ ਵਾਪਸ ਪੇ ਕੀਤਾ ਗਿਆ? ਸੋ ਹਰਪ੍ਰੀਤ ਜੀ ਆਈ ਥਿੰਕ ਜਦੋਂ ਇਹ ਗੱਲ ਮੀਡੀਆ ਵਿੱਚ ਆਈ ਆ, ਹਰਪ੍ਰੀਤ ਜੀ ਇੱਥੇ ਜਿਹੜਾ ਨੇਹਾ ਜੀ ਦਾ ਇਹ ਕਲੇਮ ਆ ਕਿ ਐਨਡੀਪੀ ਨੂੰ ਫਸਾਇਆ ਜਾ ਰਿਹਾ, ਸੋ ਅਸੀਂ ਇੱਥੇ ਬਿਲਕੁਲ ਨਹੀਂ ਕਹਿ ਸਕਦੇ ਕਿ ਇਹ ਜਿਹੜੀ ਐਡ ਸੀਗੀ ਉਹ ਲੈਜੀਮੇਟ ਨਹੀਂ ਸੀਗੀ, ਨਹੀਂ ਤੇ ਜਿਨ੍ਹਾਂ ਨੂੰ ਉਹ ਡਿਫਰੈਂਸ EMPLOYEES ਆਲਰੇਡੀ ਹਾਇਰ ਕੀਤੇ ਗਏ ਸੀ ਉਹਨਾਂ ਨੂੰ ਡਿਫਰੈਂਸ ਪੇ ਨਾ ਕੀਤਾ ਜਾਂਦਾ। ਸੋ ਜਿਹੜੀ ਇਹ ਐਡ ਸੀਗੀ ਉਹ ਬਿਲਕੁਲ ਜੈਨੂਇਨ ਸੀਗੀ। ਹੁਣ ਹਰਪ੍ਰੀਤ ਜੀ ਇਲੈਕਸ਼ਨਸ ਦਾ ਮੌਕਾ, ਚਾਹੇ ਉਹ ਹਿੰਦੁਸਤਾਨ ਹੋਵੇ ਚਾਹੇ ਇਹ ਕੈਨੇਡਾ ਹੋਵੇ, ਕਈ ਓਪਰਚੁਨਿਸਟ ਜਿਹੜੇ ਹੁੰਦੇ ਨੇ, ਕਈ ਮੌਕਾ ਪ੍ਰਸਤ ਜਿਹੜੇ ਹੁੰਦੇ ਨੇ, ਉਹ ਇਦਾਂ ਦੇ ਮੌਕਿਆਂ ਨੂੰ ਪੈਸਾ ਬਣਾਉਣ ਦਾ ਸਾਧਨ ਵੀ ਦੇ ਤੌਰ ਤੇ ਵੀ ਵਰਤਦੇ ਨੇ। ਸੋ ਜੋ ਮੈਨੂੰ ਇਸ ਟਾਈਮ ਦੇ ਉੱਤੇ ਜੋ ਸਿਚੁਏਸ਼ਨ ਮੈਂ ਇੱਕ ਅਲੱਗ ਐਂਗਲ ਤੋਂ ਦੇਖ ਰਿਹਾ, ਉਹ ਇਹ ਹੈ ਕਿ ਇੱਥੇ ਸਿਰਫ ਓਪਰਚੁਨਿਸਟ ਵੱਲੋਂ ਕਿਸੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਚਲੋ ਮੈਂ ਇੱਥੋਂ ਜਿੰਨੇ ਪੈਸੇ ਬਣਾ ਸਕਦਾ ਆ, ਮੈਂ ਇੱਥੇ ਇੱਕ ਹੋਰ ਐਡ ਪੋਸਟ ਕਰਕੇ ਮੈਂ ਜਿਹੜਾ ਪੈਸੇ ਕੁਝ ਬਚਾ ਸਕਦਾ ਹਾਂ। ਸੋ ਉਹ ਪੈਸੇ ਬਚਾਉਣ ਦੇ ਲਈ ਉਹ ਜਿਹੜੀ ਐਡ ਸੀਗੀ ਉਹ ਦੂਜੀ ਐਡ ਦਿੱਤੀ ਗਈ ਆ, ਔਰ ਬਾਅਦ ਵਿੱਚ ਉਹ ਡਿਫਰੈਂਸ ਉਹਨਾਂ ਨੂੰ ਪੇ ਵੀ ਕਰਨਾ ਪਿਆ। ਖੈਰ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ, ਕਿਉਂਕਿ ਜੇ ਅਸੀਂ ਪੋਲੀਟੀਕਲ ਪਾਰਟੀਆਂ ਇਸ ਦਾ ਸਟੈਂਡ ਦੇਖੀਏ ਤੇ ਸ਼ਾਇਦ ਕਿਤੇ ਨਾ ਕਿਤੇ ਇਸ ਵੇਲੇ ਕਾਫੀ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੁੰਦਾ ਹੈ ਪਾਰਟੀਜ਼ ਦੇ ਲਈ, ਖੁਦ ਦੇ ਲਈ, ਕਿ ਹਾਂਜੀ ਅਸੀਂ ਆਹ ਵੀ ਕਰਨਾ, ਅਸੀਂ ਉਹ ਵੀ ਕਰਨਾ। ਸੋ ਕਿਤੇ ਨਾ ਕਿਤੇ ਉਹ ਡਿਸਆਰਗਨਾਈਜ਼ਡ ਹੋ ਜਾਂਦੇ ਆ। ਸੋ ਇਹਦੇ ਵਿੱਚ ਮੈਂ ਇਹ ਸਮਝਦਾ ਕਿ ਕਿਤੇ ਇੱਥੇ ਆਰਗੇਨਾਈਜੇਸ਼ਨ ਦੀ ਕਮੀ ਹੈਗੀ ਆ, ਔਰ ਇੱਥੇ ਅਸੀਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਇਹ ਜਾਣ ਬੁੱਝ ਕੇ ਕਿਸੇ ਵੱਲੋਂ ਕੀਤਾ ਗਿਆ ਹੈ, ਜਾਣ ਬੁੱਝ ਕੇ ਏਜੰਸੀ ਦੇ ਐਂਡ ਦੇ ਉੱਤੇ ਕੀਤਾ ਗਿਆ ਹੋ ਸਕਦਾ, ਪਾਰਟੀ ਦੇ ਐਂਡ ਦੇ ਉੱਤੇ ਮੈਂ ਨਹੀਂ ਮੰਨਦਾ ਕਿ ਇਹ ਕੀਤਾ ਗਿਆ ਹੋਊਗਾ। ਪਰਮਿੰਦਰ ਜੀ, ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਐਨਡੀਪੀ ਦਾ ਇਹ 'ਚ ਗਲਤੀ ਨਹੀਂ ਹੈਗੀ, ਐਨਡੀਪੀ ਦੀ ਗਲਤੀ ਨਹੀਂ ਹੈਗੀ, ਪਰ ਜਿਹੜੀ ਐਨਡੀਪੀ ਦੀ ਵੈਬਸਾਈਟ ਤੇ $15 ਦੀ ਐਡ ਸੀ, ਉਧਰ $17 ਦੀ ਐਡ ਸੀ। ਚਲੋ ਪੰਜਾਬੀ ਐਡ ਨੂੰ ਜੇ ਪੰਜਾਬੀ ਸਪੀਕਿੰਗ ਵਾਸਤੇ, ਪੰਜਾਬੀ ਬੋਲਣ ਵਾਸਤੇ ਜਿਹੜੇ ਕਾਲਰਸ ਸੀ ਉਹ $13 ਦੀ ਐਡ ਸੀ, ਉਹਨੂੰ ਅਸੀਂ ਇੱਕ ਪਾਸੇ ਵੀ ਕਰ ਦਈਏ ਤਾਂ ਵੀ ਕਿਤੇ ਨਾ ਕਿਤੇ ਐਨਡੀਪੀ ਫ੍ਰੈਂਚ ਤੇ ਇੰਗਲਿਸ਼ ਵਿੱਚ ਡਿਸਕ੍ਰਿਮੀਨੇਟ ਕਰ ਰਹੀ ਆ। ਪਰ ਇੱਥੇ ਜੋ ਇੱਕ ਹੋਰ ਕੁਐਸਚਨ ਤੁਸੀਂ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਕਿ ਸ਼ਾਇਦ ਕੀ ਕਹਿੰਦੇ ਆ ਉਹਨਾਂ ਨੂੰ ਆਰਗੇਨਾਈਜ਼ ਕਰਨ 'ਚ ਪ੍ਰੋਬਲਮ ਆ ਰਹੀ ਹੈ। ਪਰਮਿੰਦਰ ਸਿੰਘ ਜੀ, ਜਿਹੜੀ ਇਹ ਇਲੈਕਸ਼ਨ ਕੰਪੇਨ ਹੈ ਯੂਜ਼ਲੀ ਇਲੈਕਸ਼ਨ ਕੰਪੇਨ ਤੋਂ ਲੰਬੀ ਆ, ਲਗਭਗ ਡਬਲ ਤੋਂ ਵੀ ਜ਼ਿਆਦਾ ਵਾ। ਜੇ ਡਬਲ ਤੋਂ ਜ਼ਿਆਦਾ ਇਲੈਕਸ਼ਨ ਕੰਪੇਨ ਚਲਾਉਣ 'ਚ ਟੌਮ ਮਲਕੇਰ ਜੀ ਜਾਂ ਐਨਡੀਪੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਆਰਗੇਨਾਈਜ਼ ਕਰਨ ਤੋਂ, ਤੇ ਫਿਰ ਤੁਹਾਨੂੰ ਨਹੀਂ ਲੱਗਦਾ ਅਗਲੇ 4 ਸਾਲ ਐਨਡੀਪੀ ਦੇ ਹੱਥਾਂ ਵਿੱਚ ਭਾਗਦੌੜ ਦੇਣ 'ਚ ਕੈਨੇਡੀਅਨਸ ਨੂੰ ਪ੍ਰੋਬਲਮ ਆ ਸਕਦੀ ਆ? ਹਰਪ੍ਰੀਤ ਜੀ, ਤੁਸੀਂ ਸਿਰਫ ਇੱਕ ਛੋਟੀ ਜਿਹੀ ਗਲਤੀ ਦੇ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਗਲਤੀ ਨਹੀਂ ਪੜ ਰਿਹਾ ਪਰਮਿੰਦਰ ਜੀ। ਮੈਂ ਤੇ ਹਮੇਸ਼ਾ ਕੀ ਕਹਿੰਦੇ ਇਹ ਗੱਲ ਆਉਂਦਾ ਹੁੰਦਾ ਵਾਂ ਕਿ ਲੀਡਰਸ ਇਲੈਕਸ਼ਨ ਜਿੱਤਣ ਤੋਂ ਬਾਅਦ ਵਾਅਦੇ ਭੁੱਲਦੇ ਆ। ਇੱਥੇ ਤੇ ਐਨਡੀਪੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਹੀ ਵਾਅਦਾ ਭੁੱਲ ਰਹੀ ਆ। ਉਹ ਵਾਅਦਾ ਜਿਹੜਾ ਐਨਡੀਪੀ $15 ਦੇ ਸੁਪਨੇ ਸਾਰੇ ਕੈਨੇਡੀਅਨਸ ਨੂੰ ਵਿਖਾ ਰਹੀ ਹੈ, ਮਿਨੀਮਮ $15 ਕਰ ਦਾਂਗੇ। ਤੁਸੀਂ ਇੱਕ ਪੁਆਇੰਟ ਨੂੰ ਲੈ ਕੇ ਨਹੀਂ ਗੱਲ ਕਰ ਸਕਦੇ। ਜੇ ਅਸੀਂ ਕੰਜ਼ਰਵੇਟਿਵ ਦੀ ਗੱਲ ਕਰੀਏ ਤਾਂ ਹਮੇਸ਼ਾ ਤੋਂ ਹੀ ਵਾਅਦੇ ਭੁੱਲਦੇ ਆ ਰਹੇ ਆ। ਜੇ ਅਸੀਂ ਬਿਲਕੁਲ, ਮੈਂ ਕਹਿੰਦਾ ਕੰਜ਼ਰਵੇਟਿਵ ਨੂੰ ਕਹਿੰਦਾ ਕਲੀਨ ਚਿਟ ਦੇ ਰਿਹਾ, ਮੈਂ ਤੇ ਕਹਿ ਨਹੀਂ ਰਿਹਾ ਕਿ ਤੁਸੀਂ ਜਾਓ ਕੰਜ਼ਰਵੇਟਿਵ ਵਾਸਤੇ। ਸੋ ਇਹਦੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਹਰਪ੍ਰੀਤ ਜੀ, ਤੁਸੀਂ ਇਹਦੇ ਨਾਲ ਇਹ ਨਹੀਂ ਕਹਿ ਸਕਦੇ ਕਿ ਉਹ ਸਰਕਾਰ ਨਹੀਂ ਚਲਾ ਸਕਦੇ। ਸੋ ਪੁਆਇੰਟ ਇੱਥੇ ਇਹ ਆ ਕਿ ਤੁਸੀਂ ਇੱਕ ਗਲਤੀ ਕਰਕੇ, ਹੁਣ ਜੇ ਗੂਫ ਅਪਸ ਹੋਏ ਹੈਗੇ ਆ, ਜੇ ਗਲਤੀ ਹੋਈ ਹੈਗੀ ਆ, ਜੇ ਕਿਤੇ ਮਿਸਪ੍ਰੈਜ਼ੈਂਟੇਸ਼ਨ ਹੋਈ ਹੈਗੀ ਆ, ਜੇ ਉਹ ਪਾਰਟੀ ਦੇ ਐਂਡ ਦੇ ਉੱਤੇ ਨਹੀਂ ਹੈਗੀ, ਪਾਰਟੀ ਵੱਲੋਂ ਆਲਰੇਡੀ ਕਲੈਰੀਫਿਕੇਸ਼ਨ ਦਿੱਤੀ ਗਈ ਆ, ਪਾਰਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਚਾਲੂ ਕਰ ਦਿੱਤੀ ਗਈ ਆ। ਹੁਣ ਤੁਸੀਂ ਉਸ ਮੁੱਦੇ ਨੂੰ ਲੈ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਇਹ ਜਿਹੜੀ ਪਾਰਟੀ ਹੈਗੀ ਹੈ ਸਰਕਾਰ ਨਹੀਂ ਬਣਾ ਸਕਦੀ ਹੈ, ਸਰਕਾਰ ਚਲਾ ਨਹੀਂ ਸਕਦੀ। ਸੋ ਇਹ ਮੈਂ ਨਹੀਂ ਸਮਝਦਾ ਕਿ ਇਹ ਬਹੁਤ ਵੈਲਿਡ ਪੁਆਇੰਟ ਹੈਗਾ ਆ ਜਿਹਦੇ ਕਰਕੇ ਤੁਸੀਂ ਇਹ ਸਮਝ ਸਕੋ ਕਿ ਕਹਿ ਸਕੋ ਕਿ ਐਨਡੀਪੀ ਪਾਰਟੀ ਜਿਹੜੀ ਆ ਉਹ ਕੈਨੇਡਾ ਦੀ ਸਰਕਾਰ ਨਹੀਂ ਚਲਾ ਸਕਦੀ। ਹਨਿਆ ਜੀ, ਜੇ ਤੁਸੀਂ 1 ਮਿੰਟ ਵਾਸਤੇ ਇਹ ਮੰਨ ਲਓ ਕਿ ਹਾਂਜੀ ਇਹ ਐਨਡੀਪੀ ਨੇ ਕੀਤਾ ਸੀ, ਐਨਡੀਪੀ ਨੇ $13 $15 $17 ਕੀਤਾ ਸੀ, ਫਿਰ ਤੁਸੀਂ ਐਨਡੀਪੀ ਦੇ ਬਾਰੇ ਕੀ ਵਿਚਾਰ ਨੇ ਤੁਹਾਡੇ? आई थिंक फिर उन्होंने वालों काफ़ी सीरीयस मिसटेक है तो यदा फैडरल इलैक्शन से काफ़ी ज़्यादा इंपैक्ट पै सकता है जे असी उन्होंने बेनीफिट ऑफ डाउट दे देने कि उन्होंने वालों वाकई ही अजिही गलती हुई है कि $13 $15 तो $17 दियाँ 3 डिफरेंट एड्स पोस्ट कर रहे हैं, क्योंकि इस की है कि जिहड़ियां पॉलिसीज़ वो लोगों सामने प्रजेंट कर रहे हैं। हालांकि अजे इन्वेस्टिगेशन चल रही है, कुछ भी प्रूव नहीं होया कि कौन गलती किसकी सीगी, पर लोगों ने पहले ही सवाल चकने शुरू कर दिते हैं कि वाकई ही जो कह रहे हैं कि डू दे रियली मीन इट। खास तौर पर $15 विच इज़ इट सेल्फ वेरी कॉन्ट्रोवर्शियल, क्योंकि जे $15 मिनिमम वेज होंगी है तो काफ़ी इंप्लॉयर्स
ਜੋ ਕਿ ਹੈ ਡਾਊਨਸਾਈਜ਼ ਕਰਨ ਬਾਰੇ ਸੋਚਣਗੇ ਤੇ ਆਪਣੇ EMPLOYEES ਨੂੰ ਲੇ ਆਫ ਕਰਨਗੇ ਤੇ ਇਹ ਬਹੁਤ ਵੱਡੀ ਅਤੇ ਸੀਰੀਅਸ ਮਿਸਟੇਕ ਹੋਏਗੀ ਬਿਕੋਜ਼ $15 ਇਜ਼ ਅ ਵੈਰੀ ਬਿਗ ਪਿਚ। ਤੇ ਜੇ ਕੈਨੇਡਾ ਦੀ ਇਕਨੋਮਿਕ ਸਿਚੁਏਸ਼ਨ ਦੇਖ ਲਈ ਜਾਏ ਤੇ ਇਸ ਵੇਲੇ ਜਿੱਥੇ ਇਕਨੋਮਿਕ ਸਿਚੁਏਸ਼ਨ ਇੰਨੀ ਬੁਰੀ ਹੋਈ ਹੈ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਸੇਵਿੰਗਸ ਨਹੀਂ ਹੈਗੀਆਂ, ਜੌਬਸ ਨਹੀਂ ਹੈਗੀਆਂ, ਉੱਪਰੋਂ $15 ਮਿਨੀਮਮ ਵੇਜ ਕਰ ਦਿੱਤੀ ਜਾਏ, ਉਸ ਦੇ ਨਾਲ ਜਿਹੜੇ ਬੈਨੀਫਿਟ ਨੂੰ ਦੇਖ ਕੇ ਲੋਕੀ ਵੋਟ ਕਰਨਗੇ ਤੇ ਇੱਕ ਪਾਸੇ ਇੱਧਰੋਂ ਗੂਫ ਅਪ ਦੀ ਗੱਲ ਕੀਤੀ ਜਾਏ ਜਾਂ ਇਹ ਜਿਹੜੀ ਇਹਨਾਂ ਨੇ ਹੇਰਾਫੇਰੀ ਕਰਨ ਦੀ ਗੱਲ ਕੀਤੀ ਜਾਏ ਤੇ ਇਹਨਾਂ ਨੂੰ ਕਾਫੀ ਜ਼ਿਆਦਾ ਜਿਸੇ ਕਹਿੰਦੇ ਕਿ ਟਰਾਂਸਪੇਰੈਂਟਲੀ ਦੇ ਕਟਗਰੇ 'ਚ ਖੜਾ ਕੀਤਾ ਜਾ ਸਕਦਾ ਹੈ ਤੇ ਉਹਨਾਂ ਵੱਲੋਂ ਪ੍ਰਪੋਜ਼ ਕੀਤੀ ਗਈ ਹਰ ਪਾਲਿਸੀ ਤੇ ਡਬਲ ਚੈੱਕ ਜਿਹੜਾ ਹੈ ਉਹ ਲਗਾਇਆ ਜਾਏਗਾ, ਡਬਲ ਕੁਐਸਚਨਿੰਗ ਕੀਤੀ ਜਾ ਸਕਦੀ ਹੈ। ਪਰਮਿੰਦਰ ਜੀ, ਹਰਨਿਆ ਜੀ, ਜਿਹੜਾ ਮੈਂ ਹੁਣ ਹਰਨਿਆ ਜੀ ਨੂੰ ਸਵਾਲ ਪੁੱਛਿਆ ਜੀ, ਸੇਮ ਸਵਾਲ ਮੈਂ ਤੁਹਾਨੂੰ ਪੁੱਛਾਂ, ਜੇ NDP ਨੇ ਇਹ ਕੀਤਾ ਹੋਵੇ ਜਾਂ ਜੇ NDP ਨੂੰ ਇਹਦੀ ਨੌਲੇਜ ਹੋਵੇ, ਤੁਸੀਂ ਫਿਰ ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਇੱਥੇ NDP ਫਿਰ ਬਹੁਤ ਵੱਡੀ ਟਰਬਲ ਦੇ ਵਿੱਚ ਹੈਗੀ ਆ। ਇੱਕ ਜੇ ਅਸੀਂ ਇਸ ਟਾਈਮ ਦੇ ਉੱਤੇ ਆ ਕੇ ਜੇ ਪੋਲਸ ਦੇ ਵੱਲ ਧਿਆਨ ਦਈਏ, ਨੈਕ ਟੂ ਨੈਕ ਚੱਲਦੇ ਪਏ ਆ, ਔਰ ਜੇ ਬੈਨੀਫਿਟਡ ਆਫ ਡਾਊਟ ਵੀ ਜਿੱਦਾਂ ਹਰਨੇਹਾ ਜੀ ਨੇ ਕਿਹਾ ਕਿ ਡਾਊਟ ਵੀ ਅਗਰ ਵਿੱਚ ਆ ਜਾਂਦਾ ਆ ਤੇ ਕਿਤੇ ਨਾ ਕਿਤੇ NDP ਦੇ ਜਿਹੜੇ ਪੂਲਸ ਹੈਗੇ ਆ ਉਹ ਡਿਪ ਕਰ ਸਕਦੇ ਆ ਔਰ ਉਹਦੇ ਨਾਲ ਸਿੱਧਾ ਫਾਇਦਾ ਜਿਹੜਾ ਹੈਗਾ ਆ ਉਹ ਕੰਜ਼ਰਵੇਟਿਵ ਨੂੰ ਹੋਣਾ ਆ। ਸੋ ਜਿਹੜੀ ਪਾਰਟੀ ਨੂੰ, ਜਿਹੜੀ ਸਰਕਾਰ ਨੂੰ ਉਹ ਥੱਲੇ ਲਾ ਕੇ ਆਪ ਅੱਗੇ ਆਉਣਾ ਚਾਹੁੰਦੇ ਪਏ ਆ, ਉੱਥੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਦੇਖਣਾ ਚੱਲਣਾ ਪਊਗਾ। ਸੋ ਅਗਰ ਉਹਨਾਂ ਦੀ ਕੱਲੀ ਜਿੱਦਾਂ ਹਰਨੇਹਾ ਜੀ ਨੇ ਆਲਰੇਡੀ ਕਹਿ ਦਿੱਤਾ ਹੈ ਕਿ ਸਾਨੂੰ ਉਹਨਾਂ ਦੀ ਕੋਈ ਵੀ ਪਾਲਿਸੀ ਅਗਰ ਅੱਗੇ ਲਿਆ ਕੇ ਸਾਡੇ ਰੱਖਦੇ ਆ, ਸਾਨੂੰ ਡਬਲ ਵਾਰੀ ਚੈੱਕ ਕਰਨਾ ਪੈਣਾ ਆ। ਸੋ ਉਹ ਲੋਕਾਂ ਦੇ ਧਿਆਨ ਦਿਮਾਗ ਦੇ ਵਿੱਚ ਇੱਕ ਗੱਲ ਜ਼ਿਹਨ ਦੇ ਵਿੱਚ ਬੈਠ ਜਾਣੀ ਹੈ ਕਿ ਇਹਨਾਂ ਨੇ ਆਹ ਚੀਜ਼ ਇੱਥੇ ਗਲਤ ਕੀਤੀ ਸੀਗੀ। ਸੋ ਸਾਨੂੰ ਇੱਕ ਵਾਰੀ ਸੋਚਣਾ ਪੈਣਾ ਵੀ ਇਹਨੇ ਜੋ ਗੱਲ ਕਹਿ ਰਹੇ ਆ ਸਹੀ ਵੀ ਹੈਗੀ ਆ, ਗਲਤ ਹੈਗੀ ਆ। ਸੋ ਇੱਕ ਜਿਹੜਾ ਕੁਐਸਚਨ ਮਾਰਕ ਹੈਗਾ ਆ ਉਹ ਇੱਥੇ ਆ ਜਾਂਦਾ ਆ ਔਰ ਇਹ ਕੁਐਸਚਨ ਮਾਰਕ ਜਿਹੜਾ ਆ ਇਹ ਅੱਗੇ ਜਾ ਕੇ VOTING ਰਿਜ਼ਲਟਸ ਦੇ ਵਿੱਚ ਜਿਹੜਾ ਆ ਬਹੁਤ ਵੱਡਾ ਫੇਰ ਬਦਲ ਕਰ ਸਕਦਾ ਆ। ਸੋ ਇੱਥੇ ਜੇ ਅਸੀਂ NDP ਨੂੰ ਇੱਕ ਡਾਊਟ ਦੀ ਕੰਡੀਸ਼ਨ ਤੋਂ ਵੀ ਦੇਖਦੇ ਪਏ ਆ ਜਾਂ ਅਗਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੰਨ ਲੈਂਦੇ ਆ ਕਿ NDP ਨੇ ਕੀਤਾ ਆ, ਫਿਰ ਤੇ ਮੇਰੇ ਹਿਸਾਬ ਨਾਲ NDP ਜਿਹੜੀ ਹੈਗੀ ਆ ਉਹ ਬਹੁਤ ਵੱਡੀ ਟਰਬਲ ਦੇ ਵਿੱਚ ਆ। ਇਲੈਕਸ਼ਨ ਦੇ ਵਿੱਚ ਵੱਡਾ ਨੁਕਸਾਨ ਚੱਲਣ ਲਈ ਉਹ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਠੀਕ ਹੈ ਪਰਮਿੰਦਰ ਜੀ, ਪਰ ਇੱਕ ਸਵਾਲ ਮੈਂ ਤੁਹਾਡੇ ਦੋਵਾਂ ਤੋਂ ਹੋਰ ਕਰਨਾ ਚਾਹੁੰਦਾ ਵਾਂ। ਫਰੋਮ ਬਿਜ਼ਨਸ ਪੁਆਇੰਟ ਆਫ ਵਿਊ, ਇੰਪਲੋਇਰ ਪੁਆਇੰਟ ਆਫ ਵਿਊ, ਜਦੋਂ ਵੀ ਕੋਈ ਇੰਪਲੋਈ ਵੇਂਦਾ ਕੋਈ ਜੌਬ ਵਾਸਤੇ, ਜੇ ਉਹਨੂੰ ਕੋਈ ਜੌਬ ਵਾਸਤੇ ਜ਼ਿਆਦਾ ਲੇਬਰ ਮਿਲਦੀ ਆ ਤੇ ਦੂਜੀ ਕੋਈ ਹੋਰ ਕੰਮ ਆ ਉਹਦੇ ਵਾਸਤੇ ਘੱਟ ਲੇਬਰ ਮਿਲਦੀ ਆ ਤੇ ਅਫਕੋਰਸ ਜਿਹੜੇ ਕੰਮ ਵਾਸਤੇ ਘੱਟ ਲੇਬਰ ਅਵੇਲੇਬਲ ਹੈ ਉਹਦੀ ਸੈਲਰੀ ਜ਼ਿਆਦਾ ਹੋਊਗੀ, ਜਿਹੜੇ ਕੰਮ ਕਰਨ ਵਾਸਤੇ ਜ਼ਿਆਦਾ ਲੇਬਰ ਅਵੇਲੇਬਲ ਹੈ ਉਹਦੀ ਸੈਲਰੀ ਘੱਟ ਹੋਊਗੀ। ਜੇ NDP ਨੇ ਸਰੀ ਜਿਹਨੂੰ ਕਿ ਆਪਾਂ ਮਿਨੀ ਪੰਜਾਬ ਆਉਂਦੇ ਆ, ਜੇ ਉੱਥੇ NDP ਨੂੰ ਪਤਾ ਸੀ ਕਿ ਸਾਨੂੰ ਇੱਥੇ ਕੀ ਕਹਿੰਦੇ ਪੰਜਾਬੀ ਬੋਲਣ ਵਾਲੇ ਬਹੁਤ ਆਰਾਮ ਨਾਲ ਮਿਲ ਜਾਣੇ ਆ, ਘੱਟ ਸੈਲਰੀ ਤੇ ਮਿਲ ਜਾਣੇ ਆ, ਤੇ ਜੇ NDP ਨੇ $13 ਚ ਉੱਥੇ ਹਾਇਰ ਕਰ ਲਿਆ ਸਿਰਫ ਇਸ ਚੀਜ਼ ਨੂੰ ਵੇਖਦੇ ਹੋਵੇ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ, ਇਹ NDP ਦੀ ਤੁਸੀਂ ਗਲਤੀ ਮੰਨਦੇ ਜੋ ਕਿ ਤੁਸੀਂ NDP ਨੂੰ ਇੱਥੇ ਹੁਣ ਵੀ ਇਸ ਤੋਂ ਬਾਅਦ ਵੀ ਤੁਸੀਂ ਕਹੋਗੇ ਕਿ ਨਹੀਂ NDP ਨੂੰ ਇੱਥੇ ਇਦਾਂ ਨਹੀਂ ਕਰਨਾ ਚਾਹੀਦਾ ਸੀ? ਮੈਨੂੰ ਲੱਗਦਾ ਹੈ ਕਿ ਹਰਪ੍ਰੀਤ ਜੀ ਵੈਂਕੂਵਰ ਸਰੀ ਦੀ ਜੇ ਅਸੀਂ ਗੱਲ ਕਰੀਏ ਵਾਕਈ ਉੱਥੇ ਪੰਜਾਬੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਜੇ ਚਲੋ ਮੰਨ ਲਿਆ ਕਿ ਜੇ ਉਹਨਾਂ ਨੇ ਇਹ ਐਡ ਦਿੱਤੀ ਵੀ ਹੈ ਤੇ ਅਸੀਂ ਇਹ ਦੇਖ ਸਕਦੇ ਹਾਂ ਕਿ $13 ਔਨ ਐਨ ਐਵਰੇਜ ਬੇਸਿਸ ਕਾਫੀ ਕਾਲ ਸੈਂਟਰਸ ਵਿੱਚ ਜਿਹੜੀ ਹੈ ਉਹ ਤਨਖਾਹ ਦਿੱਤੀ ਜਾਂਦੀ ਹੈ। ਕਾਫੀ ਜਿਹੜੇ ਵੱਡੇ ਕਾਲ ਸੈਂਟਰਸ ਹਨ ਜਿਵੇਂ ਕਿ ਰੋਜਰਸ ਬ੍ਰੌਡਕਾਸਟਿੰਗ ਵਗੈਰਾ, ਉਹਨਾਂ 'ਚ ਜਿਹੜੀ ਮਿਨੀਮਮ ਵੇਜ ਹੈ ਉਹ $14 ਤੇ $15 ਪਰ ਆਵਰ ਲੈਂਗੁਏਜ ਸਪੀਕਿੰਗ ਵਾਲਿਆਂ ਨੂੰ ਦਿੱਤੀ ਜਾਂਦੀ ਹੈ। ਤੇ ਕੀ ਪਤਾ ਜੇ ਉਹਨਾਂ ਨੇ ਉਸ ਚੀਜ਼ ਨੂੰ ਜਾਂ ਉਸ ਰੇਟ ਨੂੰ ਧਿਆਨ 'ਚ ਰੱਖਦੇ ਹੋਏ ਇਹ ਰੇਟ ਕੀਤਾ ਹੋਵੇ ਤੇ ਉਹ ਮੈਨੂੰ ਲੱਗਦਾ ਹੈ ਕਿ ਤਾਂ ਵੀ ਉਹਨਾਂ ਕੋਲ ਬਹੁਤ ਵੱਡੀ ਗਲਤੀ ਹੋਣੀ ਸੀ, ਕਿਉਂਕਿ $15 ਤਾਂ ਤੁਸੀਂ ਖੁਦ ਮਿਨੀਮਮ ਵੇਜ ਪ੍ਰਪੋਜ਼ ਕਰ ਰਹੇ ਹੋ, $13 ਵਿਲ ਬੀ ਅ ਬਲੰਡਰ, ਕਿਉਂਕਿ ਜੇ ਤੁਸੀਂ $15 ਹੀ ਨਹੀਂ ਦੇਣ ਦੀ ਗੱਲ ਕਰ ਰਹੇ ਹੋ ਪਰ ਤੁਸੀਂ ਖੁਦ $15 ਦੇਣ ਦੇ ਯੋਗ ਨਹੀਂ ਹੋ ਤਾਂ ਫਿਰ ਤਾਂ ਲੋਕਾਂ ਨੇ ਕਹਿਣਾ ਕਿ ਤੁਸੀਂ ਗੱਲ ਹੀ ਬਿਲਕੁਲ ਗਲਤ ਕਰ ਰਹੇ ਹੋ। ਪਰਮਿੰਦਰ ਸਿੰਘ ਜੀ। ਹਰਪ੍ਰੀਤ ਜੀ, ਤੁਸੀਂ ਇੱਕ ਬਹੁਤ ਵਧੀਆ ਜਿਹੜਾ ਇੱਕ ਪੁਆਇੰਟ ਰੱਖਿਆ ਕਿ ਅਸੀਂ ਅਗਰ ਇਸ ਨੂੰ ਇੰਪਲੋਇਰ ਦੇ ਬਿਹਾਫ ਦੇ ਉੱਤੇ ਦੇਖੀਏ, ਬਹੁਤ ਵਧੀਆ ਪੁਆਇੰਟ ਆ। ਅਗਰ ਮੈਂ ਇੰਪਲੋਇਰ ਹੁੰਨਾ ਤੇ ਮੈਨੂੰ ਆਪਣੇ ਬਿਜ਼ਨਸ ਨੂੰ ਚਲਾਉਣ ਦੇ ਲਈ ਅਗਰ ਮੈਨੂੰ ਲੱਗਦਾ ਹੈ ਕਿ ਮੈਂ ਤੋਂ ਕੁਝ ਪੈਸੇ ਬਚਾ ਸਕਦਾ ਹਾਂ ਔਰ ਮੇਰੇ ਕੋਲ ਜਿਹੜੀ ਮੇਰੇ ਕੋਲ ਵਰਕਫੋਰਸ ਦੀ ਲੋੜ ਹੈਗੀ ਆ ਉਹ ਮਾਰਕੀਟ ਦੇ ਵਿੱਚ ਬਹੁਤ ਹੈਗੀ ਆ ਤੇ ਮੈਂ ਉਸ ਮਾਰਕੀਟ ਦੇ ਵਿੱਚੋਂ ਘੱਟ ਰੇਟ ਤੇ ਵੀ ਲੇਬਰ ਚੱਕ ਸਕਦਾ ਹਾਂ। ਸੋ ਉਹ ਅਗਰ ਮੈਂ ਐਜ਼ ਅ ਇੰਪਲੋਇਰ ਆਪਣੇ ਆਪ ਨੂੰ ਦੇਖਾਂ ਬਿਲਕੁਲ ਸਹੀ ਆ। ਪਰ ਜੇ ਮੈਂ ਐਥਿਕਸ ਦੇ ਤੌਰ ਤੇ ਜਾਂ ਮੈਂ ਸਾਰੀ ਦੁਨੀਆ ਦੇ ਵਿੱਚ ਇਹ ਪ੍ਰਚਾਰ ਕਰਦਾ ਪਿਆ ਜਾਂ ਮੈਂ ਪੂਰੇ ਦੇਸ਼ ਨੂੰ ਇਹ ਦੱਸਦਾ ਪਿਆ ਕਿ ਮੈਂ ਮਿਨੀਮਮ ਵੇਜ ਜਿਹੜੀ ਹੈਗੀ ਆ $15 ਰੱਖਣੀ ਆ ਤੇ ਮੈਂ ਫਿਰ ਵੀ $13 ਦੇ ਉੱਤੇ ਹਾਇਰ ਕਰਦਾ, ਦੈਨ ਮੈਂ ਬਹੁਤ ਵੱਡੇ ਫਾਲਟ ਦੇ ਉੱਤੇ ਆ ਤੇ ਜਿਹਦਾ ਖਾਮਿਆਜ਼ਾ
ਭੁਗਤਣਾ ਉਹਨਾਂ ਨੂੰ NDP ਨੂੰ ਪੈਣਾ ਆ, ਪਊਗਾ ਵੀ। ਔਰ ਅਗੇਨ ਉਹੀ ਗੱਲ ਆ ਜਾਂਦੀ ਆ ਕਿ ਕਹਿੰਦੇ ਹੁੰਦੇ ਕਿ ਪੰਜਾਬੀ ਦੇ ਵਿੱਚ ਕਾਫੀ ਗੱਲਾਂ ਹੈਗੀਆਂ ਕਿ ਘਰ ਦਾ ਜੋਗੀ ਜੋਗੜਾ, ਸੋ ਉਹ ਵਾਲਾ ਜਿਹੜੀ ਕਹਾਵਤ ਹੈਗੀ ਆ, ਉੱਥੇ ਮੇਰੇ ਹਿਸਾਬ ਨਾਲ ਸਹੀ ਢੁੱਕਦੀ ਆ ਵੀ ਜਿਹੜੀ ਤੁਹਾਡੇ ਕੋਲ ਆਲਰੇਡੀ ਲੇਬਰ ਫੋਰਸ ਜਿਹੜੀ ਹੈਗੀ ਆ ਉਹ ਜ਼ਿਆਦਾ ਹੈਗੀ ਆ, ਤਾਂ ਤੁਸੀਂ ਉਸ ਨੂੰ ਘੱਟ ਰੇਟ ਤੇ ਵੀ ਲੈ ਸਕਦੇ ਆ। ਤੇ ਇਹਦੇ 'ਚ ਇੱਕ ਹੋਰ ਪੁਆਇੰਟ ਮੈਂ ਐਡ ਕਰਨਾ ਚਾਹੁੰਦੀ ਹਾਂ ਹਰਪ੍ਰੀਤ ਜੀ ਕਿ ਦੇਖੋ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਜੇ ਉਹ ਵਾਕਈ ਬਾਈ ਡਿਫਾਲਟ ਜਾਂ ਬਾਈ ਨਾਟ ਸੋ ਮਚ ਆਫ ਅ ਡਿਫਾਲਟ, ਕਿ ਜੇ ਉਹਨਾਂ ਵੱਲੋਂ ਇਹ ਵਾਕਈ ਗਲਤੀ ਕੀਤੀ ਜਾਂਦੀ ਹੈ ਜਾਂ ਅਪਰੂਵ ਹੋ ਜਾਂਦਾ ਹੈ, ਤੇ ਹੱਲੇ ਤਾਂ ਸਿਰਫ ਲੋਕਾਂ ਵੱਲੋਂ ਇਹ ਗੱਲ ਚੱਕੀ ਜਾ ਰਹੀ ਹੈ ਜਾਂ ਆਪੋਜੀਸ਼ਨ ਪਾਰਟੀਜ਼ ਵੱਲੋਂ ਚੱਕੀ ਜਾ ਰਹੀ ਹੈ। ਹੱਲੇ ਤਾਂ ਉਹਨਾਂ ਐਸੋਸੀਏਸ਼ਨਸ ਨੇ ਗੱਲ ਕਰਨੀ ਨਹੀਂ ਸ਼ੁਰੂ ਕੀਤੀ ਜੋ ਕਿ ਇੰਡੀਪੈਂਡੈਂਟ ਬਿਜ਼ਨੈਸਿਸ ਹਨ। ਤੁਸੀਂ ਕੈਨੇਡੀਅਨ ਫੈਡਰੇਸ਼ਨ ਆਫ ਬਿਜ਼ਨੈਸਿਸ ਦੀ ਗੱਲ ਕਰ ਲਓ ਜਾਂ ਇੰਟਰਨੈਸ਼ਨਲ ਫੈਡਰੇਸ਼ਨ ਆਫ ਬਿਜ਼ਨੈਸਿਸ ਦੀ ਗੱਲ ਕਰ ਲਓ, ਤੁਸੀਂ ਟੈਂਪਰੇਰੀ ਫਾਰਮ ਵਰਕਰਸ ਦੇ ਨਾਲ ਰਿਲੇਟਡ ਐਸੋਸੀਏਸ਼ਨਸ ਦੀ ਗੱਲ ਕਰ ਲਓ, ਇਹ ਤੇ ਸਾਰਿਆਂ ਵੱਲੋਂ ਸਵਾਲ ਚੱਕੇ ਜਾਣਗੇ ਕਿ ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ $15 ਮਿਨੀਮਮ ਵੇਜ ਇਜ਼ ਨਾਟ ਫੀਜ਼ੀਬਲ, ਤੇ ਕੰਪਨੀ ਇਟਸੈਲਫ, ਦ ਪਾਰਟੀ ਇਟਸੈਲਫ ਉਹ ਫੋਲੋ ਨਹੀਂ ਕਰ ਰਹੇ ਹੈਗੇ, ਤੇ ਸਾਡੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਅਸੀਂ ਫੋਲੋ ਕਰਾਂਗੇ? ਤੇ ਕਿਤੇ ਨਾ ਕਿਤੇ ਹਨੇ ਆ ਜੀ, ਜੇ ਆਪਾਂ ਇਹ ਗੱਲ ਮੰਨ ਲਈਏ ਕਿ ਜੇ NDP ਨੂੰ ਇਸ ਗੱਲ ਦਾ ਪਤਾ ਸੀ ਤੇ ਜਿਹੜਾ NDP ਮਿਨੀਮਮ ਵੇਜ $15 ਵਾਲਾ ਪਲਾਨ ਪ੍ਰਪੋਜ਼ ਕਰ ਰਹੀ ਹੈ, ਜੋ ਆਪਾਂ ਨੂੰ ਵਾਅਦੇ ਕਰ ਰਹੀ ਹੈ, ਉਹ ਗਲਤ ਆ। ਇੱਕ ਹੋਰ ਸਵਾਲ ਮੈਂ ਤੁਹਾਡੇ ਦੋਵਾਂ ਤੋਂ ਪੁੱਛਣਾ ਚਾਹੁੰਦਾ ਵਾਂ, ਜੇ ਆਪਾਂ ਇਹ ਗੱਲ ਨੂੰ ਮੰਨਦੇ ਆ ਕਿ ਮੰਨ ਲਈਏ ਫॉर एग्जांपल ਅਗਲੇ ਕੁਐਸਚਨ ਵਾਸਤੇ ਕਿ NDP ਨੂੰ ਪਤਾ ਸੀ ਕਿ ਪੰਜਾਬੀ $13 ਤੇ ਫ੍ਰੈਂਚ $15 ਤੇ ਇੰਗਲਿਸ਼ ਵਾਸਤੇ $17 ਸੈਲਰੀ ਆ, ਤੇ NDP ਨੇ ਇਸ ਦਾ ਬਲੇਮ ਝਾੜਤਾ ਕਹਿ ਕੇ ਕਿ ਸਬ ਕੰਟਰੈਕਟ ਸੀ ਜਾਂ ਕੁਝ ਹੋਰ ਸੀ। ਪਰ ਜਿਹੜੇ ਅੱਜ ਦੇ ਟਾਈਮ ਤੇ ਕੈਨੇਡਾ ਰਿਸੈਸ਼ਨ ਵਿੱਚ ਚੱਲ ਰਿਹਾ ਵਾ, ਜਦੋਂ 2008-9 ਵਿੱਚ ਕੈਨੇਡਾ ਰਿਸੈਸ਼ਨ ਵਿੱਚ ਆਇਆ ਸੀ, ਕੈਨੇਡਾ ਨੂੰ ਰਿਸੈਸ਼ਨ ਚੋਂ ਕੱਢਣ ਵਾਲਾ ਸਮਾਲ ਬਿਜ਼ਨਸ ਜਾਂ ਮੀਡੀਅਮ ਬਿਜ਼ਨਸ ਸੀ, ਜ਼ਿਆਦਾ ਕ੍ਰੈਡਿਟ ਸਮਾਲ ਬਿਜ਼ਨਸ ਨੂੰ ਜਾਂਦਾ ਵਾ। ਜਦੋਂ ਇਹ ਸਮਾਲ ਬਿਜ਼ਨਸ ਓਨਰ ਨੂੰ ਜ਼ਿਆਦਾ ਸੈਲਰੀ ਦੇਣੀ ਪਊਗੀ, ਹੁਣ ਇਹ ਵਿਚਾਰੇ ਤੇ ਸਬ ਕੰਟਰੈਕਟ ਦਾ ਬਹਾਨਾ, ਠੇਕੇਦਾਰ ਦਾ ਬਹਾਨਾ ਲਾ ਕੇ ਵੀ ਨਹੀਂ ਨਿਕਲ ਸਕਦੇ, ਤੇ ਉਦੋਂ ਉਹ ਇਕਨੋਮੀ ਨੂੰ ਕਿੱਥੋਂ ਹੈਲਪ ਮਿਲੂਗੀ? ਹਰਪ੍ਰੀਤ, ਤੁਸੀਂ ਬਹੁਤ ਵਧੀਆ ਪੁਆਇੰਟ ਇਹ ਰੱਖਿਆ ਹੈ ਕਿ ਜਦੋਂ ਕੈਨੇਡੀਅਨ ਇਕਨੋਮੀ ਰਿਸੈਸ਼ਨ ਦੇ ਵਿੱਚ ਸੀਗੀ, ਉਸ ਨੂੰ ਕੱਢਣ ਵਿੱਚ ਸਿਰਫ ਮੈਜੋਰਿਟੀ ਆਫ ਦਾ ਜਿਹੜਾ ਰੋਲ ਸੀਗਾ ਉਹ ਸਮਾਲ ਬਿਜ਼ਨੈਸਿਸ ਨੇ ਨਿਭਾਇਆ ਸੀਗਾ। ਸ਼ਾਇਦ ਸਾਰੀਆਂ ਪਾਰਟੀਆਂ ਇਹ ਗੱਲ ਸਮਝਦੀਆਂ ਵੀ ਪਈਆਂ ਆ, ਔਰ ਤੁਸੀਂ ਉਸ ਨੂੰ ਕੋਰਿਲੇਟ ਮੇਰੇ ਸਾਹਮਣੇ ਇੱਥੇ ਕਰਕੇ ਨਹੀਂ ਦੇਖ ਸਕਦੇ। ਪਰ ਹਾਂ, ਜਿਹੜੀ ਮਿਨੀਮਮ ਵੇਜ ਦੀ ਗੱਲ ਹੈਗੀ ਆ, ਉਹ ਜ਼ਰੂਰ ਇੱਥੇ ਇਫੈਕਟ ਦੇ ਵਿੱਚ ਆਉਂਦੀ ਹੈ ਕਿ ਹਾਂਜੀ, ਇੱਥੇ ਹਰ ਪਾਰਟੀ ਜਿਹੜੀ ਆ ਕੁਛ ਨਾ ਕੁਛ ਇਦਾਂ ਦਾ ਕਰਨਾ ਚਾਹੁੰਦੀ ਹੈ ਜਿੰਨਾ ਸਮਾਲ ਬਿਜ਼ਨਸ ਨੂੰ ਫਾਇਦਾ ਹੁੰਦਾ ਹੋਵੇ। ਪਰ ਜੇ NDP ਦੀ ਗੱਲ ਕਰੀਏ, ਇੱਕ ਉਹਨਾਂ ਵੱਲੋਂ ਟੈਕਸ ਬ੍ਰੇਕ ਜਿਹੜੀ ਹੈਗੀ ਉਹ ਸਮਾਲ ਬਿਜ਼ਨਸ ਨੂੰ ਜ਼ਿਆਦਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜੇ ਵੱਡੇ ਬਿਜ਼ਨੈਸਿਸ ਹੈਗੇ ਆ ਉਹਨਾਂ ਦੇ ਉੱਤੇ ਟੈਕਸ ਜਿਹੜਾ ਜ਼ਿਆਦਾ ਲਗਾਵਾਂਗੇ। ਸੋ ਜਾਂ ਤੇ ਉਹ ਜਿਹੜਾ ਉਹਨਾਂ ਨੇ ਪੇ ਆਪਣੇ EMPLOYEES ਨੂੰ ਜ਼ਿਆਦਾ ਟੈਕਸ ਬ੍ਰੇਕ ਦੀ ਗੱਲ ਹੋ ਰਹੀ ਹੈ ਪਰਮਿੰਦਰ ਸਿੰਘ ਜੀ, 2% 11 ਤੋਂ 9% ਕਰਨਗੇ ਸਮਾਲ ਬਿਜ਼ਨਸ ਵਾਸਤੇ। ਪਰ ਗੱਲ ਇੱਥੇ ਜਿਹੜੀ ਮਿਨੀਮਮ ਵੇਜ ਵਧਾਉਣਗੇ, ਹੁਣ ਬਹੁਤ ਸਾਰੇ ਸਮਾਲ ਬਿਜ਼ਨਸ ਹੈ $11 ਦਿੰਦੇ ਹੋਣ, $15 $4 ਦਾ ਘੰਟੇ ਪਿੱਛੇ ਫਰਕ ਪਊਗਾ। ਤੁਸੀਂ ਪੂਰਾ ਦਿਨ ਦੇਖੋ, ਪੂਰਾ ਮਹੀਨਾ ਵੇਖੋ, ਸਾਲ ਦੇਖੋ, ਕਾਫੀ ਸਮਾਲ ਬਿਜ਼ਨਸ ਜਾਂ ਤਾਂ ਕਿ EMPLOYE ਨੂੰ ਫਾਇਰ ਕਰਨਗੇ ਜਾਂ ਫਿਰ ਆਪਣੀ ਸਮਾਨ ਦੀ ਪ੍ਰਾਈਸ ਚੱਕਣਗੇ। ਪਰ ਆਪਾਂ ਇੱਥੇ ਰਿਸੈਸ਼ਨ ਤੋਂ ਕੈਨੇਡਾ ਨੂੰ ਕੱਢਣ ਦੀ ਗੱਲ ਕਰ ਰਹੇ ਹਾਂ। ਉਹ ਇਕਨੋਮੀ ਦਾ ਪਾਰਟ ਜਿਹਨੇ ਕੈਨੇਡਾ ਨੂੰ ਰਿਸੈਸ਼ਨ ਵਿੱਚੋਂ ਕੱਢਿਆ ਸੀ, ਉਹ ਕੱਲ ਕੀ ਬਹਾਨਾ ਮਾਰੂਗਾ? ਠੇਕੇਦਾਰੀ ਵਾਲਾ ਬਹਾਨਾ ਵੀ ਨਹੀਂ ਮਾਰ ਸਕਦੇ ਉਹ ਤੇ। ਹਰਪ੍ਰੀਤ ਜੀ, ਬਿਲਕੁਲ ਅਗੇਨ ਉਹੀ ਪੁਆਇੰਟ ਆ ਜਾਂਦਾ ਹੈ ਕਿ ਇੱਥੇ ਪਾਰਟੀ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਸਮਾਲ ਬਿਜ਼ਨਸ, ਅਗਰ ਸਮਾਲ ਬਿਜ਼ਨਸ ਓਨਰ ਜਿਹੜਾ ਆ ਉਹ ਆਪਣੇ EMPLOYE ਨੂੰ ਅੱਗੇ ਪੇ ਕਰਦਾ ਪਿਆ ਤੇ ਉਹਦੀ ਭਰਪਾਈ ਦੇ ਲਈ ਫੈਡਰਲ ਸਰਕਾਰ ਕੀ ਕਰੂਗੀ ਇਦਾਂ ਦਾ ਜਿਹਦੇ ਨਾਲ ਕਿ ਉਹ ਸਮਾਲ ਬਿਜ਼ਨਸ ਓਨਰ ਜਿਹੜਾ ਹੈਗਾ ਆ ਉਹ ਪੇ ਕਰ ਸਕੇ ਪ੍ਰੋਪਰਲੀ। ਆਪਣੇ ਉਹਦੀ ਪੂਰਤੀ ਜਿਹੜੀ ਆ ਉਹ ਉਹਨੇ ਤਾਂ ਕਿਤੇ ਨਾ ਕਿਤੇ ਕਰਨੀ ਆ, ਚਾਹੇ ਉਹ ਆਪਣੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਆਪਣੇ ਸਮਾਨ ਦੀ ਪ੍ਰਾਈਸ ਚੱਕੂਗਾ ਜਾਂ ਆਪਣਾ EMPLOYE ਕੋਈ ਫਾਇਰ ਕਰੂਗਾ। ਸੋ ਪ੍ਰੋਬਲਮ ਤਾਂ ਫਿਰ ਉੱਥੇ ਦੀ ਉੱਥੇ ਆ ਜਾਣੀ ਕਿ ਜਿਹੜਾ ਰਿਸੈਸ਼ਨ ਹੈਗਾ, ਜਿਹੜਾ ਜੌਬ ਲਾਸ ਹੈਗਾ, ਫਿਰ ਉੱਥੇ ਦਾ ਉੱਥੇ ਆ ਕੇ ਅੜ ਗਿਆ। ਔਰ ਲੋਕਾਂ ਨੂੰ ਹਰ ਇੱਕ ਜਿਹੜੀ ਕੋਈ ਵੀ ਉਹਨਾਂ ਦੀ ਜ਼ਰੂਰੀ ਚੀਜ਼ ਹੈਗੀ ਆ ਖਰੀਦਣੀ ਆ, ਉਹਨਾਂ ਨੇ ਉਹਦੀ ਪ੍ਰਾਈਸ ਵੱਧ ਜਾਊਗੀ। ਸੋ ਐਂਡ ਆਫ ਦਾ ਡੇ ਜਿਹੜਾ ਪੈਸਾ ਜਾ ਰਿਹਾ ਆ, ਉਹ ਪੈਸਾ ਤੇ ਆਮ ਆਦਮੀ ਦੀ ਪਾਕਟ ਦੇ ਵਿੱਚੋਂ ਹੀ ਜਾਣਾ ਆ, ਚਾਹੇ ਉਹ ਸਮਾਲ ਬਿਜ਼ਨਸ ਓਨਰ ਬਣ ਕੇ ਉਹ ਲੋਕਾਂ ਨੂੰ ਪੇ ਕਰੇ ਤੇ ਚਾਹੇ ਉਹ ਐਜ਼ ਅ ਕਸਟਮਰ ਜਾ ਕੇ ਕਿਤੇ ਉਹ ਚੀਜ਼ ਖਰੀਦੇ। ਸੋ ਐਂਡ ਆਫ ਦਾ ਡੇ ਜੇ ਕੋਈ ਇੱਥੇ ਸਫ਼ਰ ਕਰ ਰਿਹਾ ਉਹ ਆਮ ਆਦਮੀ ਹੀ ਸਫ਼ਰ ਕਰੂਗਾ। ਹਰਨਿਆ ਜੀ, ਜੇ ਆਪਾਂ ਇੱਥੇ ਗੱਲ ਕਰੀਏ, ਜੇ NDP ਆਪਣੇ ਵਾਸਤੇ $15 ਦੇ EMPLOYE ਹਾਇਰ ਕਰ ਨਹੀਂ ਸਕਦੀ, NDP ਕਿੱਦਾਂ ਉਮੀਦ ਕਰਦੀ ਕਿ ਛੋਟੇ ਬਿਜ਼ਨਸ, ਉਹ ਸਮਾਲ ਬਿਜ਼ਨਸ ਜਿਨ੍ਹਾਂ ਨੇ ਰਿਸੈਸ਼ਨ ਵਿੱਚੋਂ ਕੈਨੇਡਾ ਨੂੰ ਪਿਛਲੀ ਵਾਰ ਕੱਢਿਆ ਸੀ, ਉਹ ਕਿੱਥੋਂ ਹਾਇਰ ਕਰ ਲੈਣਗੇ? ਕੀ ਬਿਜ਼ਨਸ ਪਲਾਨ ਲੈ ਕੇ, ਕਿਹੜਾ ਇਕਨੋਮਿਕ ਦਾ ਪਲਾਨ ਲੈ ਕੇ NDP ਅੱਗੇ ਤੁਰਨ ਰਹੀ ਆ?
ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਉਹ ਕਹਿ ਤਾਂ ਇਹ ਰਹੇ ਹਨ ਕਿ ਮਿਨੀਮਮ ਵੇਜ ਜੋ ਕਿ ਹੈ ਉਹ ਅਸੀਂ $15 ਕਰ ਦੇਵਾਂਗੇ ਤੇ ਇਹ 'ਚ ਉਹਨਾਂ ਦਾ ਕੀ ਅੱਗੋਂ ਸਮਾਲ ਬਿਜ਼ਨੈਸਿਸ ਨੂੰ ਲੈ ਕੇ ਸਰੋਕਾਰ ਰਹੇਗਾ ਜਾਂ ਉਸ ਤੋਂ ਲੈ ਕੇ ਉਹਨਾਂ ਲਈ ਕੀ ਸਟ੍ਰੈਟਜੀਜ਼ ਰਹਿਣਗੀਆਂ ਇਸ ਬਾਰੇ ਸ਼ਾਇਦ ਉਹਨਾਂ ਨੇ ਅਜੇ ਤੱਕ ਕੁਝ ਕਲੀਅਰਲੀ ਕਿਹਾ ਨਹੀਂ ਹੈ ਕਿਉਂਕਿ ਸਮਾਲ ਬਿਜ਼ਨੈਸਿਸ ਦੀ ਗੱਲ ਨਹੀਂ ਮੈਂ ਕਰ ਰਹੀ ਮੈਂ ਤੇ ਕੁਝ ਮਿਡ ਸਾਈਜ਼ ਬਿਜ਼ਨੈਸਮੈਨ ਨਾਲ ਵੀ ਜਿਹੜੀ ਹੈ ਉਹ ਗੱਲ ਕੀਤੀ ਹੈ ਬਿਜ਼ਨਸਮੈਨ ਨਾਲ ਤੇ ਉਹ ਵੀ ਇੱਕੋ ਗੱਲ ਕਹਿੰਦੇ ਹਨ ਕਿ ਜੀ ਸਾਡੇ ਕੋਲੋਂ ਤਾਂ ਨਹੀਂ ਅਫੋਰਡ ਹੁੰਦਾ ਭਾਵੇਂ NDP 15 ਕਰੇ ਜਾਂ ਭਾਵੇਂ ਕੰਜ਼ਰਵੇਟਿਵ 15 ਕਰੇ ਕਹਿੰਦੇ ਜੇ ਇਧਰੋਂ ਇਹਨਾਂ ਨੇ $15 ਕਰਤਾ ਉੱਪਰੋਂ ਓਨਟਾਰੀਓ ਵਰਗੇ ਸੂਬੇ 'ਚ ਜਿੱਥੇ ਆਲਰੇਡੀ ਓਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਿਨ ਆਲਰੇਡੀ ਪੈਨਸ਼ਨ ਪਲਾਨ ਜਿਹੜਾ ਹੈਗਾ ਲੈਣ ਦੀ ਕੋਸ਼ਿਸ਼ ਕਰ ਰਹੇ ਇੱਦਾਂ ਦਾ ਉਹ ਕਹਿੰਦੇ ਕਿ ਸਾਡੇ ਤੇ ਤਾਂ ਦੋਨੋਂ ਪਾਸੇ ਬੋਝ ਪੈਣਾ ਸ਼ੁਰੂ ਹੋ ਜਾਏਗਾ ਕਿਸ ਤਰ੍ਹਾਂ ਅਸੀਂ ਅਫੋਰਡ ਕਰ ਸਕਦੇ ਹਾਂ ਤੇ ਲੋਕਾਂ ਨੂੰ ਵੀ ਇਹ ਦੇਖਣਾ ਇੱਕ ਗੱਲ ਇਹ ਵੀ ਤਾਂ ਦੇਖਣੀ ਵਾਲੀ ਹੈ ਕਿ ਜਿੱਦਾਂ ਜਿੱਦਾਂ ਤੁਹਾਡੀ ਤਨਖਾਹ ਵਧਦੀ ਹੈ ਨਾਲ ਟੈਕਸਸ ਵੀ ਹੋਰ ਵੱਧ ਜਾਂਦੇ ਹਨ ਉੱਪਰੋਂ ਹੋਰ ਟੈਕਸ ਇੰਪੋਜ਼ ਹੋ ਜਾਣ ਤੇ ਸੇਵਿੰਗਸ ਕਿਸ ਪਾਸੇ ਹੋਏਗੀ ਇਹ ਤੇ ਮਤਲਬ ਕਿ ਬਹੁਤ ਡਿਫਿਕਲਟ ਹੈ ਕਹਿਣਾ ਕਿ ਵਾਕਈ $15 ਹੋ ਸਕਦਾ ਹੈ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ $15 ਫੀਜ਼ੀਬਲ ਸ਼ਾਇਦ ਨਹੀਂ ਹੋ ਸਕੇਗਾ ਪਰ NDP ਕਿਸ ਪਾਸਿਓਂ $15 ਕਲੇਮ ਕਰ ਰਹੇ ਹਨ ਅਤੇ ਹੁਣ ਜਦ ਇਹ ਨਵੀਂ ਕੰਟਰੋਵਰਸੀ ਆਈ ਹੈ $13 15 ਤੇ 17 ਦੀ ਉਸ ਤੋਂ ਬਾਅਦ ਉਹਨਾਂ ਨੂੰ ਵਾਕਈ ਹੀ ਇਸ ਪਾਰਟਿਕੂਲਰ ਮੇਰੇ ਖਿਆਲ ਤੋਂ ਦਿਸ ਇਜ਼ ਐਨ ਓਪਰਚੁਨਿਟੀ ਉਹਨਾਂ ਲਈ ਕਿ ਜਦੋਂ ਆਪਣੀ ਸਟ੍ਰੈਟਜੀਜ਼ ਨੂੰ ਲੈ ਕੇ ਥੋੜਾ ਹੋਰ ਕਲੈਰਿਟੀ ਦੇ ਸਕਦੇ ਹਨ ਜਿਸ ਨਾਲ ਸ਼ਾਇਦ ਲੋਕੀ ਉਹਨਾਂ ਨੂੰ ਵੋਟ ਪਾ ਵੀ ਦੇਣ ਤੇ ਸ਼ਾਇਦ ਉਹ ਜੇ ਨਾ ਦੇ ਪਾਣ ਤਾਂ ਸ਼ਾਇਦ ਆਪਣੀ ਵੋਟ ਖਿੱਚ ਵੀ ਲੈਣ ਬਿਲਕੁਲ ਸਹੀ ਕਿਹਾ ਹਨਿਆ ਜੀ ਜੇ ਕਿਤੇ NDP ਨੂੰ ਅਜੇ ਵੀ ਇਹ ਲੱਗਦਾ ਹੈ ਕਿ $15 ਸ਼ਾਇਦ ਪ੍ਰੈਕਟੀਕਲ ਨਹੀਂ ਆ ਤੇ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਘਟਾਉਣਾ ਕੋਈ ਨੁਕਸਾਨ ਕੋਈ ਗਲਤ ਨਹੀਂ ਹੋਊਗਾ ਇਲੈਕਸ਼ਨ ਤੋਂ ਬਾਅਦ ਵਾਅਦਾ ਕਰਕੇ ਪੂਰਾ ਨਾ ਕਰਨਾ ਸ਼ਾਇਦ ਗਲਤ ਹੋਊਗਾ ਪਰ ਜੇ ਇਲੈਕਸ਼ਨ ਤੋਂ ਪਹਿਲਾਂ ਹੀ NDP ਨੂੰ ਆਪ ਲੱਗਦਾ ਪਿਆ ਕਿ $15 ਨਹੀਂ ਪੇ ਕਰ ਸਕਦੇ ਤੇ ਜੇ NDP ਨੇ ਇਹ ਕਾਰਾ ਕੀਤਾ ਵਾ ਤਾਂ NDP ਨੂੰ ਮੇਰੇ ਖਿਆਲ ਆਪਣੀ ਉਹ ਪਾਲਿਸੀ ਵਾਪਸ ਲੈ ਲੈਣੀ ਚਾਹੀਦੀ ਆ ਹਰਨਿਆ ਜੀ ਅਤੇ ਪਰਮਿੰਦਰ ਜੀ ਤੁਸੀਂ ਮੇਰੇ ਨਾਲ ਜੁੜੇ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਊਗੀ ਅਸੀਂ ਹਮੇਸ਼ਾ ਹੀ ਨੌਨ ਬਾਇਸ ਰਹਿ ਕੇ ਨਿਰਪੱਖ ਰਹਿ ਕੇ ਸ਼ੋ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਹਮ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਸਾਡੇ ਸ਼ੋਆਂ ਤੋਂ ਮਿਲ ਸਕੇ ਜੇ ਤੁਹਾਡੇ ਕੋਈ ਵੀ ਸੁਝਾਅ ਹੋਣ ਜਾਂ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਸਾਨੂੰ ਥੱਲੇ ਲਿਖੇ ਈਮੇਲ ਅਤੇ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇੱਥੇ ਦਿਓ ਇਜਾਜ਼ਤ ਧੰਨਵਾਦ